47 ਵੇਲੇ ਤੇ ਮੈਂ ਹਲ ਵਾਹੁੰਦਾ ਸੀ। ਅੱਛਾ ਜੀ। ਹੁਣ ਦੇ ਗੱਭਰੂ ਜਿਹਦੀ ਮਰਜ਼ੀ ਆ ਇੱਥੇ ਇੰਜਣ ਧਰਾ ਲਓ ਗੱਡੀ ਤੇ ਹੁਣ ਚਾੜ ਨੂੰ ਕਰਨਾ। ਮੇਰੀ ਜਦ ਚੌਥੇ ਦਿਨ ਮੁੜ ਕੇ ਆ ਜੂੰਗਾ ਤੋਂ ਮਤਲਬ 3 ਦਿਨ ਉੱਥੇ ਹੀ ਰਹੇ। ਉੱਥੇ ਹੀ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਨੂੰ ਮਿਲਾਉਣ ਜਾ ਰਿਹਾ ਬਜ਼ੁਰਗ ਬਾਪੂ ਜੀ ਨਾਲ। ਬਾਪੂ ਜੀ ਨਾਲ ਆਪਾਂ ਗੱਲਾਂ ਕਰਾਂਗੇ ਪੁਰਾਣੇ ਸਮੇਂ ਦੀਆਂ, ਬੀਤੇ ਹੋਏ ਸਮੇਂ ਦੇ ਵਿੱਚ ਜਦੋਂ ਕਿਸੇ ਚੀਜ਼ ਨੂੰ ਮਿਲਣ ਦਾ ਕੋਈ ਢੰਗ ਨਹੀਂ ਸੀ ਹੈਗਾ, ਤੇ ਜਦੋਂ ਲੋਕਾਂ ਦੇ ਵਿੱਚ ਆਪਸ ਵਿੱਚ ਪਿਆਰ ਹੁੰਦਾ ਸੀਗਾ, ਕਿਵੇਂ ਲੋਕ ਆਪਸ ਵਿੱਚ ਮਿਲ ਵਰਤਣ ਦੇ ਨਾਲ ਰਹਿੰਦੇ ਸੀ ਤੇ ਉਹ ਰਲ ਮਿਲ ਕੇ ਸਾਰੇ ਔਖੇ ਕੰਮਾਂ ਨੂੰ ਸੌਖੇ ਕਰ ਲੈਂਦੇ ਸੀ। ਤੇ ਬਜ਼ੁਰਗਾਂ ਦੀ ਸਿਹਤ ਅੱਜ ਵੀ ਬਾਕਮਾਲ ਆ, ਉਹਦੇ ਬਾਰੇ ਗੱਲ ਕਰਾਂਗੇ ਤੇ ਬਜ਼ੁਰਗ ਖੁਦ ਦੱਸਣਗੇ ਸਾਰਾ ਕੁਝ ਆਪਾਂ ਨੂੰ। ਤੇ ਲਗਭਗ 100 ਸਾਲ ਦੇ ਨੇੜੇ ਉਮਰ ਹੈ ਇਹਨਾਂ ਦੀ, ਤੇ ਕਿੰਨੀ ਉਮਰ ਆ ਉਹ ਵੀ ਇਹਨਾਂ ਤੋਂ ਹੀ ਪੁੱਛਾਂਗੇ ਆਪਾਂ, ਕਿਉਂਕਿ ਇਹਨਾਂ ਨੇ ਅੰਦਾਜ਼ੇ ਨਾਲ ਦੱਸਣਾ ਤੇ ਉਹ ਦੱਸਣ ਦਾ ਢੰਗ ਵੀ ਅੰਦਾਜ਼ੇ ਵਾਲੇ ਹੋਣਾ। ਜਿਵੇਂ ਆਪਾਂ ਦੇਖਦੇ ਹਾਂ ਅੱਜ ਕੱਲ੍ਹ ਪੈਮਾਨੇ ਨੇ ਹਰੇਕ ਚੀਜ਼ ਨੂੰ ਨਾਪਣ ਦੇ, ਤੇ ਉਹਨਾਂ ਸਮੇਂ 'ਚ ਇਹ ਨਹੀਂ ਹੁੰਦੇ ਸੀਗੇ, ਤੇ ਉਹ ਸਾਰਾ ਆਪਾਂ ਨੂੰ ਦੱਸਣਗੇ। ਆਓ ਮਿਲਾਉਣਾ ਮੈਂ ਸਾਨੂੰ ਬਜ਼ੁਰਗਾਂ ਦੇ ਨਾਲ, ਕਰਦੇ ਹਾਂ ਦਿਲ ਦੀਆਂ ਗੱਲਾਂ ਉਹਨਾਂ ਨਾਲ ਸਾਂਝੀਆਂ ਆਪਾਂ। ਹਾਂਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੈਨੂੰ ਪਹਿਲਾਂ ਆਪਣਾ ਨਾਮ ਦੱਸਿਓ। ਕਰਤਾਰ ਸਿੰਘ ਸਿੱਧੂ। ਅੱਛਾ ਬਾਪੂ ਜੀ, ਕਿੰਨੀ ਕੁ ਉਮਰ ਹੋਣੀ ਹੈ ਤੁਹਾਡੀ? ਲਗਭਗ ਕਦੋਂ ਕੁ ਜਨਮ ਹੋਇਆ ਸੀਗਾ? ਯਾਰ ਮੋਬਾਈਲ ਸਾਡਾ ਦੇਖ ਲਓ 4 ਤੇ 90। ਅੱਛਾ, ਲਗਭਗ ਜਾਨੀ 94-95 ਸਾਲ ਦੀ ਉਮਰ ਆ। ਹਾਂਜੀ। ਤੇ ਫਿਰ ਪੁਰਾਣੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਘਟੀਆਂ ਨੇ। ਬਾਹਲੀਆਂ ਹਵਾ ਚੱਲੀਆਂ। ਹਾਂ, ਜਿਵੇਂ ਤੁਸੀਂ ਆਪਣੇ 47 ਵੇਲੇ ਹੱਲੇ ਹੋਏ ਨੇਗੇ, ਹਾਂ, ਉਦੋਂ ਤੁਹਾਨੂੰ ਕਿੰਨੀ ਕੁ ਸੁਰਤ ਆ ਉਹਦੇ ਬਾਰੇ? 47 ਵੇਲੇ ਤੇ ਮੈਂ ਹਲ ਵਾਹੁੰਦਾ ਸੀ। ਅੱਛਾ ਜੀ। ਹਾਂਜੀ, 47 ਚ ਹੱਲਾ ਗਿਆ। ਹਾਂਜੀ। ਹੱਲਾ ਦੇਖ ਕੇ ਹਲ ਛੱਡੇ ਤੇ ਸੀ ਤਿੰਨਾਂ ਭਾਈਆਂ ਨੇ, ਐ ਲਾਰਾ ਬਣਾ ਦੀ ਮੁਸਲਮਾਨਾਂ ਦਾ। ਜਿੱਥੇ ਅਸੀਂ ਹਲ ਵਾਹੁੰਦੇ ਤੇ ਸਾਡੇ ਕੋਲ ਦੀ ਐ ਸਿੱਧੇ ਹੀ ਲੰਘਣਾ ਸੀ ਰੜ ਨੂੰ। ਅਸੀਂ ਦੇਖ ਕੇ ਹਾਲ ਛੱਡਤੇ, ਉਹਨਾਂ ਨੂੰ ਦੇਖ ਕੇ ਹੱਕ ਤੇ ਪਸ਼ੂ ਹੱਲਾ ਪੈ ਗਿਆ। ਅੱਛਾ ਬਾਪੂ ਜੀ, ਜਿਵੇਂ ਤੁਸੀਂ ਗੱਲ ਕੀਤੀ ਆ ਵੀ ਤੁਸੀਂ ਉਹਨਾਂ ਨੂੰ ਦੇਖ ਕੇ ਹਲ ਛੱਡ ਦਿੱਤੇ ਤੇ ਹੱਲਾ ਪਿਆ 47 ਦੇ ਵਿੱਚ, ਤੁਸੀਂ ਉਦੋਂ ਤੁਹਾਡੀ ਕਿੰਨੀ ਉਮਰ ਹੋਣੀ ਆ? ਮੈਂ ਤੈਨੂੰ ਕਹਿੰਦਾ ਵੀ 20 ਸਾਲ ਦਾ ਸੀਗਾ, ਹਲ ਵਾਹੁੰਦੇ ਸੀ ਅਸੀਂ। ਅੱਛਾ। ਜੇ ਅਸੀਂ ਨਾ ਪਰੇ ਨਾ ਹੱਕ ਛੱਡਦੇ ਹਲ, ਉੱਥੋਂ ਦੀ ਆਉਂਦੇ ਅਸੀਂ 2-3 ਜਾਣੇ ਤੇ ਇਹ ਮਾਰ ਕਰ ਜਾਣ। ਅਸੀਂ ਆਪਦੇ ਡਰ ਦੇ ਮਾਰੇ ਨੇ ਹੱਕ ਤੇ ਛੱਡਤੇ ਪਸ਼ੂ, ਹੱਕ ਤੇ ਕਰਾਂ ਨੂੰ ਜਿੱਦਾਂ ਖੇਤਾਂ ਜਾ ਕੇ ਤੇ ਸਭ ਤੁਰ ਗਏ ਲੋਕ। ਠੀਕ ਹੈ, ਮਤਲਬ ਜਦੋਂ ਮਾਹੌਲ ਤੁਸੀਂ ਖਰਾਬ ਹੁੰਦਾ ਤੇ ਮਾਹੌਲ ਖਰਾਬ ਹੋ ਗਿਆ ਫਿਰ। ਹਾਂਜੀ। ਠੀਕ ਹੈ। ਅੱਛਾ, ਤੁਸੀਂ ਕਿੰਨੇ ਭੈਣ ਭਰਾ ਹੈਗੇ ਹੋ ਪਰਿਵਾਰ ਦੇ ਵਿੱਚ? ਮਤਲਬ ਤੁਸੀਂ ਕਿਹਾ ਵੀ 3 ਜਾਣੇ ਸੀ, ਤੁਸੀਂ ਉਹ ਪਰਿਵਾਰ ਦੇ ਮੈਂਬਰ ਸੀ ਜਾਂ ਕੋਈ ਬਾਹਰੋਂ ਬੰਦੇ ਨਾਲ ਸੀਗੇ? ਜਿਵੇਂ ਪਹਿਲੇ ਸਮਿਆਂ ਦੇ ਵਿੱਚ ਕਹਿੰਦੇ ਹੁੰਦੇ ਵੀ ਬੀੜੀਆਂ ਬੁੜੀਆਂ ਹੋ ਜਾਂਦੀਆਂ ਸੀਗੀਆਂ, ਵੀ ਉਹ ਜਿਹੜੇ ਨਾਲ ਤੁਹਾਡੇ ਹਾਲੀ ਸੀਗੇ ਉਹ ਪਰਿਵਾਰ ਦੇ ਮੈਂਬਰ ਸੀ। ਤੁਸੀਂ ਪਰਿਵਾਰ 'ਚ ਕਿੰਨੇ ਜਾਣੇ ਹੋ ਉਹ ਵੀ ਮੈਨੂੰ ਜ਼ਰੂਰ ਦੱਸੋ। ਅਸੀਂ 3 ਭਾਈ ਤੇ ਸਾਡਾ ਬਾਪ ਸੀ, ਹਾਂਜੀ। ਚਾਚੇ ਤੇ 2। ਠੀਕ ਹੈ ਜੀ। ਪਰਿਵਾਰ ਦਾ ਬਹੁਤ ਸੀਗਾ। ਠੀਕ ਹੈ। ਤੇ ਇੱਕ ਮੈਨੂੰ ਇਹ ਦੱਸਿਓ ਵੀ ਜਿਵੇਂ ਹੁਣ ਤੁਹਾਡੀ ਉਮਰ ਲਗਭਗ 95-96 ਸਾਲ ਦੀ ਆ, ਹਾਂ, ਤੇ ਹਲੇ ਵੀ ਤੁਹਾਡੇ ਮਤਲਬ ਨਿਗਾਹ ਵਗੈਰਾ ਹੋਰ ਸਾਰੇ ਅੰਗ ਠੀਕ ਨੇ, ਤੇ ਮੈਨੂੰ ਪਰਿਵਾਰ ਚੋਂ ਪਤਾ ਲੱਗਿਆ ਵੀ ਤੁਸੀਂ ਹਲੇ ਤੱਕ ਵੀ ਕੰਮ ਕਰਦੇ ਰਹੇ, ਤੇ ਹੁਣੇ ਇਹਨਾਂ ਨੇ ਤੁਹਾਨੂੰ ਧੱਕੇ ਨਾਲ ਕੰਮ ਛਡਾਇਆ, ਵੀ ਉਹਦਾ ਇੰਨੇ ਕੰਮ ਨਾਲ ਤੁਹਾਡਾ ਪਿਆਰ ਕਿਉਂ ਆ? ਇੰਨਾ ਕੰਮ ਕਰਨ ਦੀ ਚਾਹਨਾ ਹਲੇ ਤੱਕ ਬਣੀ ਹੋਈ ਆ, ਉਹਦੇ ਪਿੱਛੇ ਕੀ ਰਾਜ ਹੈ? ਮੈਥੋਂ ਜੇ ਕਹੋ ਜਿਹੜਾ ਕਹੋ ਕੰਮ ਮੈਂ ਹੁਣ ਵੀ ਕਰਕੇ ਦਿਖਾ ਦੇਣਾ। ਅੱਛਾ ਜੀ। ਹਾਂ, ਬੋਲੋ ਕੀ ਕੰਮ ਕਰਾਉਣਾ ਮੈਥੋਂ ਸਾਹਮਣੇ, ਉਹ ਉਹੀ ਕਰ ਦੋ। ਅੱਛਾ, ਮੈਨੂੰ ਜਿਵੇਂ ਤੁਹਾਡੇ ਇੰਨਾ ਨਹੀਂ ਆ ਡਿਗੂ ਕਰਦਾ ਮੈਂ। ਅੱਛਾ, ਮਤਲਬ ਹਲੇ ਵੀ ਸਿਹਤ ਤੁਹਾਡੀ ਪੂਰੀ ਅੱਜ ਕੱਲ੍ਹ ਦੇ ਗੱਭਰੂ ਨੌਜਵਾਨਾਂ ਨਾਲੋਂ ਵੀ ਤੰਦਰੁਸਤ ਹੋ ਤੁਸੀਂ? ਹੁਣ ਦੇ ਗੱਭਰੂ ਜਿਹਦੀ ਮਰਜ਼ੀ ਆ ਇੱਥੇ ਇੰਜਣ ਧਰਾ ਲਓ ਗੱਡੀ ਤੇ ਹੁਣ ਚਾੜ ਨੂੰ ਕਰਨਾ। ਤੈਨੂੰ ਨਹੀਂ ਹੱਥ ਲਗਾਉਣਾ, ਉਹਨੂੰ ਨਹੀਂ ਲਗਾਉਣਾ, ਖੜਾ ਰਹਾ। ਅੱਛਾ ਜੀ। ਆਪਦੀ ਵਿਉਂਤ ਨਾਲ ਚੜਾ ਦੂ। ਠੀਕ ਹੈ, ਮਤਲਬ ਤੁਹਾਡੇ ਕਹਿਣ ਦਾ ਭਾਵ ਵੀ ਇਕੱਲਾ ਜ਼ੋਰ ਹੀ ਲਾਉਣ ਦੀ ਲੋੜ ਨਹੀਂ ਹੁੰਦੀ। ਇੱਥੇ ਇੰਜਣ ਪਿਆ। ਹਾਂਜੀ। ਇੱਥੇ ਰੇੜੀ ਖੜੀ ਹੈ, ਅੱਛਾ। ਉਹਦੀ ਇੱਥੇ ਪਿੱਠ ਲਾ ਲੈਣੀ ਆ, ਹੌਲੀ ਚੱਕ ਤਾਰਾਂ ਦੇ ਕੇ ਇੱਧਰ ਚੱਕਤੀ ਇੱਟ ਦੇਤੀ, ਇੱਧਰੋਂ ਚੱਕਤੀ ਇੱਟ ਦੇਤੀ,
ਇੱਟਾਂ ਦੇ ਇੱਥੇ ਲੈ ਆਉਣਾ ਠੀਕ ਹੈ ਜੀ। ਇੰਜਣ ਨੂੰ, ਅੱਛਾ ਕੂੜਾ ਮਾਰਦਾ ਹਾਂ ਚਾੜ ਦੇ ਹਾਂ, ਮਤਲਬ ਜਿਵੇਂ ਉਹ ਕਹਿੰਦੇ ਨੇ ਪੰਜਾਬੀ 'ਚ ਤਾੜ ਪਾ ਕੇ ਜਾਣੀ ਤਾਂ ਹਾਂ। ਠੀਕ ਹੈ ਜੀ। ਇੰਜਣ ਨਾ ਹੁਣ ਦੇ ਗੱਭਰੂ ਦੋ ਨਹੀਂ ਚਾੜ ਸਕਦੇ, ਚਾੜ ਕੇ ਦਿਖਾ ਦੇ ਮੈਨੂੰ। ਉਹ ਫਿਰ ਪਹਿਲਾਂ ਡਰ ਜਾਂਦੇ ਆ ਨਾ। ਨਹੀਂ ਇੱਥੇ ਦੱਸ ਦੇਣ ਮੈਂ ਤਾਂ ਚਾੜੂਗਾ। ਠੀਕ ਹੈ ਜੀ। ਹਾਂਜੀ। ਅੱਛਾ ਬਾਪੂ ਜੀ, ਆਪਾਂ ਖੁਰਾਕ ਬਾਰੇ ਜੇ ਗੱਲ ਕਰੀਏ ਵੀ ਮਤਲਬ ਤੁਸੀਂ ਜਿਹੜੀ ਪਹਿਲੇ ਸਮੇਂ ਦੀ ਖੁਰਾਕ ਕਹਿੰਦੇ ਤੇ ਅੱਜ ਦੀ ਖੁਰਾਕ, ਇਹ 'ਚ ਤੁਹਾਨੂੰ ਫਰਕ ਕੀ ਲੱਗਦਾ? ਫਰਕ ਅੱਗੇ ਵਧੀਆ ਦੀ ਸ਼ਰਮ ਖਾਣ ਪੀਣ, ਅੱਛਾ ਜੀ। ਹੁਣ ਦੇ ਖਾਣ ਪੀਣ ਨਾਲ ਜ਼ਹਿਰੀ ਬਣ ਗਈ। ਅੱਛਾ, ਉਹਦਾ ਕਾਰਨ ਕੀ ਲੱਗਦਾ ਤੁਹਾਨੂੰ? ਇਹ ਕਾਰਨ ਉਹ ਆ ਜਾਂ ਸਪਰੇਹਾਂ ਕਰਦੇ ਨੇ, ਹਾਂਜੀ। ਆਪਣੇ ਢਿੱਡ 'ਚ ਹੀ ਆਉਂਦੇ ਨੇ, ਕੱਖਾਂ ਤੇ ਜਾਂਦੇ ਆ, ਪਸ਼ੂਆਂ ਦੇ ਢਿੱਡ 'ਚ ਹੀ ਆਉਂਦੇ ਨੇ, ਉਹੀ ਦੁੱਧ ਪੀਂਦੇ ਆ, ਸਪਰੇਹਾਂ ਹੋ ਜਾਂਦੇ ਨੇ, ਤਾਂ ਘਟੀ ਜਾਂਦੀਆਂ ਨੇ। ਮਤਲਬ ਜਿਵੇਂ ਤੁਹਾਡੀ ਸਿਹਤ 95-96 ਸਾਲ ਦੀ ਉਮਰ 'ਚ ਵੀ ਤੁਹਾਡੀ ਨਿਗਾਹ ਵੀ 9x9 ਹੈਗੀ ਆ, ਪੂਰੀ ਵਧੀਆ। ਤੁਸੀਂ ਕਹਿੰਦੇ ਹੋ ਵੀ ਤੁਸੀਂ ਇੰਜਨ ਵੀ ਹਲੇ ਚੜਾ ਦੋਗੇ, ਹੌਸਲਾ ਜਿਹੜਾ ਹੈਗਾ ਇਹ ਬਹੁਤ ਵੱਡੀ ਚੀਜ਼ ਆ। ਤੇ ਇਹਦਾ ਜਾਣੀ ਆਪਾਂ ਸਾਰਾ ਜੇ ਆਪਾਂ ਸ਼੍ਰੇਅ ਕਹੀਏ ਤਾਂ ਉਹ ਖੁਰਾਕ ਨੂੰ ਹੀ ਜਾਂਦਾ ਵਾ, ਮਤਲਬ ਖੁਰਾਕ ਕਰਕੇ ਹੀ ਤੁਸੀਂ ਇੰਨੇ ਸਿਹਤਮੰਦ ਹੋ। ਮੇਰੇ ਕੋਲ ਘਰ ਦਾ ਘਿਓ ਹੁੰਦਾ, ਮੈਂ ਪਾਈਆ ਘਿਓ ਪੀ ਜਾਂਦਾ। ਅੱਛਾ ਜੀ। ਕੰਮ ਕਰਕੇ ਆ ਕੇ ਪਾਈਆ ਘਿਓ ਪੀ ਜਾਂਦਾ ਸੀ। ਅੱਛਾ, ਮਤਲਬ ਹਾਜ਼ਮਾ ਤੁਹਾਡਾ ਬਹੁਤ ਜ਼ਿਆਦਾ ਸਟਰੋਂਗ ਆ, ਬਹੁਤ ਮਜ਼ਬੂਤ ਆ, ਕਹਿਣ ਤੋਂ ਭਾਵ ਵੀ ਤੁਸੀਂ ਪਾਈਆ ਘਿਓ ਹਜ਼ਮ। ਮੈਨੂੰ ਅੱਧਾ ਕਿਲੋ ਘਿਓ ਦੇ ਦੇ, ਹਾਂਜੀ, ਇੱਕ ਹਫ਼ਤੇ 'ਚ ਹੁਣ ਵੀ ਪਹੁੰਚਾ ਦੂ। ਅੱਛਾ ਜੀ। ਜਿਹਨੇ ਦੇਖਣਾ ਦੇਖ ਲਓ ਉੱਪਰ ਤੇ ਆ ਕੇ। ਠੀਕ ਹੈ, ਮੈਂ ਆਗਦੇ ਦੇ ਕੋਲ ਸਾਹਮਣੇ ਕੱਢ ਕੇ ਪੀਊਂਗਾ, ਖਾਊਂਗਾ। ਠੀਕ ਹੈ ਜੀ। ਤੇ ਫਿਰ ਇਹ ਤੋਂ ਬਿਨਾਂ ਜਿਵੇਂ ਜਾਂ ਦੁੱਧ 'ਚ ਪਾ ਲੈ, ਚਾਹੇ ਚਾਹ 'ਚ ਪਾ ਲੈ, ਜਾਂ ਘੁਲ ਗਿਆ ਪੀ ਲੈ, ਠੀਕ ਹੈ ਜੀ। ਖਤਮ। ਤੇ ਇਹ ਤੋਂ ਬਿਨਾਂ ਜਿਵੇਂ ਮਾੜਾ ਮੋਟਾ ਤੁਰਨਾ ਫਿਰਨਾ ਪਊਗਾ, ਹਾਜਮੇ ਵੀ ਆਊਗਾ। ਠੀਕ ਹੈ ਜੀ। ਜੇ ਜ਼ੋਰ ਦਾ ਕੰਮ ਕਰਾਂਗੇ ਤਾਂ ਹੀ ਹਾਜਮੇ ਹੁੰਦਾ ਸੀ। ਮੈਂ 3 ਵਿਗੇ ਕਣਕ ਵੱਢ ਕੇ ਜੀ, ਹੱਥ ਨੂੰ ਭਰੇ ਪਾ ਕੇ ਆਇਆ ਨਾਲ ਇਕੱਲਾ, ਇੱਕ ਦਿਨ ਦੇ ਵਿੱਚ ਇੱਕ ਦਿਨ 'ਚ 3 ਵਿਗੇ ਵੱਢ ਕੇ ਭਰੇ ਪਾਉਂਦੇ। ਭਰੇ ਪਾ ਕੇ ਹੋਣੇ। ਇਹ ਤਾਂ ਕਮਾਲ ਦੀ ਗੱਲ। ਦੋਸਤੋ ਦੇਖੋ, ਤੁਸੀਂ ਬਜ਼ੁਰਗਾਂ ਨੇ ਜਿਵੇਂ ਦੱਸਿਆ ਆਪਾਂ ਨੂੰ। ਮੈਨੂੰ ਉਹ ਦੱਸੋ, ਇੱਕ ਤਾਂ 4 ਵਿਗੇ ਵੱਢਦਾ, ਉਹਦੇ ਮਗਰ ਕਿੰਨੇ ਹੁੰਦੇ ਨੇ ਰੁੱਗਾਂ ਵਾਲੇ, ਭਰੇ ਪਾਉਣ ਵਾਲੇ, ਦਾਲ ਚੋਗਣ ਵਾਲੇ, ਉਹਨੂੰ ਪਾਣੀ ਪਿਆਉਣ ਵਾਲੇ। ਜੇ ਉਹਨੇ ਰੋਟੀ ਖਾਣੀ ਆ, ਮਾੜੀ ਜਿਹੀ ਚਾਹ ਪੀਣੀ ਆ, ਤੇ ਵੀ 2 ਜਾਣਿਆਂ ਨੂੰ ਲਾ ਦਿਓ। ਇਹ ਥੋੜੀ ਵੱਢਦੇ ਨੇ, 2 ਜਾਣੇ ਉਹਦੇ ਜਿੰਨੀ ਵੱਢਣਗੇ। ਉਹਦਾ ਬਿੱਗਾ ਵੀ ਨਹੀਂ ਪੈਂਦੀ। ਮੈਂ ਆਪੇ ਨਾਲ ਦੀ ਚਾਹ ਬਣਾਉਣੀ ਆ, ਹਾਂਜੀ, ਤੜਕੇ ਰੋਟੀ ਵਗ ਜਾਣੀ ਅੱਗੇ ਨਾ, 10 ਵਜੇ ਚਾਹ ਬਣਾ ਲੈਣੀ ਆ, ਫੇਰ ਵੀ ਬਣਾ ਲੈਣੀ, 2 ਵਾਰੀ ਚਾਹ ਬਣਾ ਕੇ ਪੀ ਲੈਣੀ ਆ। ਚਾਹ ਤੋਂ ਬਿਨਾਂ ਨਸ਼ਾ ਹੋਰ ਕੋਈ ਨਹੀਂ ਕਰਦਾ। ਫੀਮ ਖਾ ਕੇ ਨਹੀਂ ਦੇਖੀ। ਠੀਕ ਹੈ ਜੀ। ਮਤਲਬ ਬੀੜੀ ਜਰਦੇ ਦਾ ਆਪਾਂ ਹੱਥ ਲਾਉਣਾ ਕੀ ਹੈ। ਚੰਗੀ ਸਿਹਤ ਦਾ ਰਾਜ ਮਤਲਬ ਖੁਰਾਕ ਹੀ ਹੈ ਸਾਰੀ। ਤੇ ਉਦੋਂ ਬਿਨਾਂ ਉੱਪਰ ਦੀ ਵਰਜਿਸ਼, ਜਿਹਨੂੰ ਆਪਾਂ ਅੱਜ ਕੱਲ੍ਹ ਕਸਰਤ ਕਹਿ ਦਿੰਦੇ ਆ, ਉਹ ਤੁਸੀਂ ਖੇਤ 'ਚ ਬਹੁਤ ਹੀ ਜ਼ਿਆਦਾ ਕੀਤੀ ਹੈ, ਜਿਵੇਂ ਤੁਸੀਂ ਦੱਸ ਰਹੇ ਹੋ। ਖੁਰਾਕ ਖਾਣੀ ਹਰੇਕ ਬੰਦਾ ਖਾ ਨਹੀਂ ਸਕਦਾ। ਠੀਕ ਹੈ ਜੀ। ਬੱਕਰਾ ਪਾਲਿਆ ਕਹਿਦੀ, ਉਹ ਮੈਂ ਮੁੱਲ ਲੈ ਲਿਆ, ਮੁੱਲ ਲੈ ਕੇ ਕਿਸੇ ਤੋਂ ਕਰਾ ਲਿਆ, ਤਾਂ ਬਣਵਾ ਲਿਆ। ਸਾਡੇ ਰਾਜਾ ਜੀ ਮਰ ਗਿਆ ਹੁੰਦਾ ਵਿਚਾਰਾ, ਉਹਨੇ ਕੜਾਹੀ 'ਚ ਰਿੰਨ ਕੇ ਸਾਰਾ ਐਡੇ ਬੂਟੀਆਂ ਬਣਾ ਕੇ, ਜਿਵੇਂ ਲੱਡੂ ਖਾਣੇ ਰਾਏ ਬੂਟੀਆਂ ਬੜ ਖਾ ਜਾਂਦੇ ਸੀ। ਪੀਪਾ ਭਰ ਕੇ ਰੱਖ ਲਿਆ ਸੀ ਬੱਕਰੇ ਦੇ ਮੀਟ ਦਾ, ਤਾਂ ਕਿ ਇੱਕੇ ਦਿਨ ਹੀ ਸਾਰੇ ਮਸਾਲੇ ਠੋਕ ਕੇ। ਜਿਵੇਂ ਦੋਸਤੋ ਬਾਪੂ ਜੀ ਨੇ ਦੱਸਿਆ ਜੀ ਤੁਹਾਨੂੰ ਵੀ ਖੁਰਾਕ ਇਹਨਾਂ ਨੇ ਉਹ ਵੀ ਬਹੁਤ ਜ਼ਿਆਦਾ ਖਾਧੀ ਹੈ, ਤੇ ਮਿਹਨਤ ਵੀ ਹੱਡ ਚੀਰਵੀਂ ਕੀਤੀ ਹੈ, ਜਿੰਨੀ ਵੱਧ ਤੋਂ ਵੱਧ ਹੋ ਸਕਦੀ ਹੈ ਉਨੀ ਮਿਹਨਤ ਕਰੀ ਆ। ਤੇ ਆਪਾਂ ਨੂੰ ਪਤਾ ਹੀ ਆ ਵੀ ਜੇ ਮਿਹਨਤ ਕਰਾਂਗੇ ਤਾਂ ਹਜਮ ਆਊਗਾ, ਜੇ ਹਜਮ ਆਊਗਾ ਤਾਂ ਸਿਹਤ ਬਣੂਗੀ। ਉਂਝ ਆਪਾਂ ਅੱਜ ਕੱਲ੍ਹ ਜਿਵੇਂ ਜੋ ਵੀ ਹੈਗਾ ਨੌਜਵਾਨ ਨੇ ਅੱਜ ਕੱਲ੍ਹ ਦੇ, ਆਪਾਂ ਦੇਖਦੇ ਹਾਂ ਪੀੜ੍ਹੀ ਅੱਜ ਕੱਲ੍ਹ ਦੀ ਹੈਗੀ ਆ, ਉਹ ਖਾਂਦੀ ਆ, ਖਾ ਕੇ ਉਹਨੂੰ ਪਚਾਉਣ ਦੇ ਲਈ ਉਹ ਏਸੀ ਰੂਮਾਂ ਦੇ ਵਿੱਚ ਪੈ ਜਾਂਦੇ ਨੇਗੇ, ਤੇ ਉੱਥੇ ਤਾਂ ਫਿਰ ਉਹ ਪਚਦਾ ਹੈ ਨਹੀਂ। ਜਿਵੇਂ ਇਹਨਾਂ ਨੇ ਦੱਸਿਆ ਬਜ਼ੁਰਗਾਂ ਨੇ ਆਪਾਂ ਨੂੰ, ਜੇ ਤੁਸੀਂ ਖਾ ਕੇ ਮਿਹਨਤ ਕਰੋਗੇ, ਸਰੀਰ ਨੂੰ ਕਸਰਤ ਕਰੋਗੇ ਤੁਸੀਂ, ਤਾਂ ਸਰੀਰ ਨੂੰ ਲੱਗੇਗਾ, ਇਹ ਲੱਗੂਗਾ ਤੇ ਨਹੀਂ ਹਾਜਮੇ ਨਹੀਂ ਹੋਣਾ। ਹਾਂਜੀ, ਫਿਰ ਹੀ ਕਿਤੇ ਜਾ ਕੇ ਆਪਾਂ, ਜੇ ਆਪਾਂ ਮੰਨ ਸਕਦੇ ਇਹਨੂੰ ਵੀ ਇਹ ਆਪਾਂ ਨੂੰ ਫਾਇਦਾ ਕਰਦੀ ਹੈਗੀ ਇਹ ਚੀਜ਼। ਮੈਂ ਰੋਟੀ ਖਾ ਕੇ ਰੱਜ ਕੇ ਸੰਭਾਲ ਕੇ ਲੱਸੀ ਲੁੱਸੀ ਨਾਲ ਤੁਰ ਲੱਗਿਆ ਖੇਤ ਨੂੰ, ਮੈਂ ਇੱਥੇ ਬੀਹੀ 'ਚ ਵਗ ਗਿਆ।
ਬੀਜ ਗਿਆ ਉਧਰੋਂ ਆ ਸਾਡੇ ਪਿੰਡ ਦੋਜੀ ਆ ਤੇ ਉਹ ਆ ਗਿਆ ਤੇ ਆ ਕੇ ਕਹਿੰਦਾ ਬਾਬਾ। ਮੈਂ ਕਿਹਾ ਹਾਂ ਭਾਈ। ਕਹਿੰਦਾ ਲੈ ਦੁੱਧ ਵੀ ਲੈ। ਉਹਨੇ ਆਖਿਆ ਰੋਟੀ ਦਾ ਗਲਾਸ ਤਾਂ ਧਰ ਕੇ ਹੋਰ ਭਾਂਡੇ ਦਾ ਵਈ ਮੇਰੇ ਸਾਹਮਣੇ ਧਰੇ ਨੇ। ਬਹਾਦਰ ਰਾਤ ਦੇ ਅੱਛਾ ਜੀ। ਆਪਣਾ ਦੋਜੀ ਹਾਂਜੀ ਲੈ ਜੀ। ਉਹ ਮੈਂ ਕਿਹਾ ਨਹੀਂ ਰਹਿਣ ਦੇ। ਕਹਿੰਦਾ ਨਹੀਂ ਨਾ ਫੜ। ਭਰ ਕੇ ਲੀਟਰ ਮੇਰੇ ਹੱਥ ਤੇ ਧਰਤਾ ਉੱਥੇ ਖੜੇ ਨੇ ਜੀ। ਅੱਛਾ ਜੀ। ਮੈਂ ਕਿਹਾ ਹਟਦਾ ਨਹੀਂ। ਕਹਿੰਦਾ ਨਾ ਲੈ ਪੀ ਕੇ ਦਿਖਾ ਫਿਰ। ਮੈਂ ਚੱਕਿਆ ਮੂੰਹ ਲਾ ਲਿਆ ਘੱਟ ਘੱਟ ਪੀਆ ਸਾਰਾ ਖਾਤਾ ਖਾਤੀ। ਮੈਂ ਕਹਿੰਦਾ ਹੋਰ ਪਾਓਏ। ਕਹਿੰਦਾ ਮੇਰਾ ਤਾਂ 20 ਦਾ ਪਿਆ। 20 ਰੁਪਏ ਦਾ ਨੁਕਸਾਨ ਕਰ ਕਹਿੰਦਾ ਮੇਰਾ ਤਾਂ 20 ਦਾ ਗਿਆ। ਹੁਣ ਨਹੀਂ ਮੈਂ ਪਾਉਂਦਾ। ਜਾ ਕੇ ਬਿੰਦੇ ਕੋ ਚੰਗੀ ਤਾਕਤ ਨਾਲ ਕੰਮ ਕਰਿਆ ਹਜਮ ਹੋ ਗਿਆ। ਜੇ ਮੈਂ ਬਾਗ ਪੀ ਕੇ ਬਹਿ ਜਾਣਾ ਫਿਰ ਹਜਮ ਕਿੱਥੋਂ ਆਊਗਾ ਮੈਨੂੰ ਦੱਸੋ। ਕੁਦਰਤੀ ਗੱਲ ਹੈ ਜੀ। ਮੈਨੂੰ ਲੱਗਦਾ ਪੁਰਾਣੇ ਬੰਦੇ ਦੇ ਅੰਗ ਹੀ ਕੁਛ ਰੱਬ ਨੇ ਹੋਰ ਲਾਏ ਹੋਏ ਸੀ ਤੇ ਹੁਣ ਦੀ ਪੀੜ੍ਹੀ ਦੇ ਕੁਛ ਅੰਗ ਮੈਨੂੰ ਲੱਗਦਾ ਹੋਰ ਤਰ੍ਹਾਂ ਦੇ ਨੇ ਜਿਹੜੇ ਉਹ ਪ੍ਰੋਪਰ ਉਹਨਾਂ ਚੀਜ਼ਾਂ ਨੂੰ ਹਜਮ ਨਹੀਂ ਕਰ ਪਾਉਂਦੇ। ਤੇ ਤੁਸੀਂ ਤਾਂ ਹੁਣ ਇੰਨੀਆਂ ਮਤਲਬ ਹੈਵੀ ਭਾਰੀਆਂ ਖੁਰਾਕਾਂ ਖਾਧੀਆਂ ਨੇ ਉਹ ਵੀ ਹਜਮ ਹੋ ਜਾਂਦੀਆਂ ਸੀ। ਹੁਣ ਦੇ ਬੱਚੇ ਨੇ ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਪੀੜ੍ਹੀ ਆ ਸਾਡੇ ਵਾਲਾ ਪੋਜ ਹੈਗਾ ਜਾਂ ਸਾਡੇ ਤੋਂ ਬਾਅਦ ਵਾਲਾ ਜਿਹੜਾ ਆਇਆ ਇਹਨਾਂ ਦੀ ਤਾਂ ਬਿਲਕੁਲ ਹਲਕੀ ਖੁਰਾਕ ਵੀ ਇੱਥੋਂ ਤੱਕ ਆ ਵੀ ਕਣਕ ਦੀ ਰੋਟੀ ਵੀ ਪ੍ਰੋਪਰ ਹਜਮ ਨਹੀਂ ਹੁੰਦੀ। ਇਹੋ ਜਿਹਾ ਸਮਾਂ ਚੱਲ ਰਿਹਾ ਹੁਣ ਦੇ ਟਾਈਮ ਦੇ ਵਿੱਚ। ਤੇ ਹੋਰ ਬਾਪੂ ਜੀ ਇਹ ਤੋਂ ਬਿਨਾਂ ਤੁਸੀਂ ਉਹਨਾਂ ਸਮੇਂ ਦੇ ਵਿੱਚ ਤਾਂ ਦੇਖੋ ਲੰਬੇ ਪੈਂਡੇ ਹੁੰਦੇ ਸੀ ਤੁਰਕੀ ਗਾਣਾ ਹੁੰਦਾ ਸੀ। ਇੱਕ ਗੱਲ ਹੋਰ ਸੁਣ ਲੈ। ਮੈਂ ਬਾਹਰੋਂ ਆਇਆ ਹਾਲ ਛੱਡ ਕੇ ਤੜਕੇ ਦਾ। ਅੱਛਾ ਜੀ। ਆ ਕੇ ਮੈਂ ਬੰਨ ਤੇ ਲਿਆ ਕੇ ਪਸ਼ੂਆਂ ਨੂੰ ਕੱਖ ਪਾਤੇ। ਮੇਰਾ ਭਾਈ ਆ ਗਿਆ ਅੱਡ ਹੋਇਆ। ਅੱਛਾ ਜੀ। ਉਹ ਕਹਿੰਦਾ ਲੈ ਵੀ ਸਵੇਰੇ ਸਾਡੇ ਉਹਨਾਂ ਦੀ ਵੀੜੀ ਦੇਣੀ ਸੀ ਬਾਹਰ ਦੀ ਇੱਕ। ਕਹਿੰਦਾ ਸਵੇਰੇ ਹਲ ਲਵਾ ਸਾਡੇ। ਮੈਂ ਕਿਹਾ ਮੇਰਾ ਮੱਕੀ ਵਾਲਾ ਜਿੱਦਾਂ ਪਾਉਣ ਵਾਲਾ ਪਿਆ ਵੀ ਅਗਲੇ ਦਿਨ ਤੁਹਾਡੇ ਲਵਾ ਦੂੰਗਾ ਸਵੇਰੇ ਮੈਨੂੰ ਬਾਹਰ ਲੈਣ ਦੂੰਗਾ ਆਪਦਾ। ਕਹਿੰਦਾ ਜੀ ਨਹੀਂ ਸਾਡਾ ਸਰਦਾ ਨਹੀਂ ਅਸੀਂ ਤਾਂ ਘੇਰਾ ਤਿਆਰ ਕਰਨਾ ਕਣਕ ਬੀਜਣੀ ਤੇ ਜੀ। ਮੈਂ ਕਿਹਾ ਸਰਦਾ ਨਹੀਂ 2 ਵਾਰੀ ਜਵਾਬ ਦਿੱਤਾ। ਕਹਿੰਦਾ ਨਹੀਂ ਲਵਾ। ਮੈਂ ਕਿਹਾ ਚੰਗਾ ਲਵਾ ਦੂੰ। ਆ ਗਿਆ ਜਾਂ ਲੋਕ ਪੈ ਗਏ ਮੈਂ ਪਿਆ ਨਹੀਂ। ਜਾਂ ਲੋਕ ਪੈ ਗਏ ਟਿਕਟ ਕਿਆ ਹੋਇਆ ਦੇਵੀ ਬਾਤਾਂ ਦੇ ਪੀ ਵਾਲੀ। ਅੱਛਾ ਜੀ। ਮੋਢੇ ਕਰ ਲਿਆ ਹਲ ਪਿੰਡ ਦੇ ਵਿੱਚ ਦੀ ਹੱਕ ਤੇ ਬਾਅਦ ਖੇਤ ਨੂੰ ਜਾ ਕੇ ਜੋੜਤਾ ਹਲ। ਕੀਲਾ ਤੇ 6 ਵਿਗੇ ਤੋਂ 100 ਕਰਮ ਲੰਮਾ 50 ਕਰਮਾ ਚੌੜਾ। ਅੱਛਾ ਜੀ। ਕੀਲਾ ਸੀ ਕੀਲੇ ਦਾ ਕੀਲੇ ਹੀ 4 ਵਜੇ ਤੋਂ ਪਹਿਲਾਂ ਵਾਹਤਾ। ਠੀਕ ਹੈ ਜੀ। ਉਹ ਅਜੇ ਗਏ ਨਹੀਂ ਤੇ ਉਹਨਾਂ ਨੇ ਵੀ ਉੱਥੇ ਹੀ ਜਾ ਕੇ ਹਲ ਜੋੜਨੇ ਤੇ ਗਏ ਨਹੀਂ ਤੇ ਮੈਂ ਤਾਂ ਦੇਰੀ ਪਾਉਂਦਾ ਨੇ ਪੰਜਾਬੀ ਉਹ ਸੁਹਾਗੀ ਭਾਲੀ ਇਹ ਸੁਹਾਗ ਦਾ ਕੀਲਾ ਸੁਹਾਗ ਕੇ ਕੀਲਾ ਬੰਦ ਛੱਡ ਕੇ ਆਪਦੇ ਖੱਤੇ ਚੋਂ ਹਲ ਚੱਕਿਆ। ਉਹਨਾਂ ਦੇ ਜਿੱਥੇ ਖੱਤੇ 'ਚ ਹਲ ਜੋੜਨੇ ਤੇ ਉਹਨਾਂ ਨੇ ਆਪਦੇ 'ਚ ਉੱਥੇ ਜਾ ਕੇ ਬਹੁਤ ਕਢਾਤੇ। ਬਹੁਤ ਕਢਾਏ। ਚਾਂਦਾ ਚਾਨਣ ਉਧਰੋਂ ਆਉਣ ਤੁਰੇ। ਉਹ ਪਹਿਲਾਂ ਉਹ ਸਿੱਖ ਬੋਲਿਆ ਕਹਿੰਦਾ 4 ਵੱਜਣ 'ਚ 5 ਮਿੰਟ ਬਾਕੀ ਨੇ। ਅੱਛਾ ਜੀ। ਇੱਕ ਗੇੜਾ ਰਹਿੰਦਾ ਸੀ ਸੁਹਾਗੀ ਦਾ ਦੇ ਕੇ ਬਸ 5 ਵਜੇ ਨੂੰ ਸੁਹਾਗ ਸੀ। ਫੇਰ ਬਾਗੇ ਪਿੰਡੋਂ ਕਹਿੰਦੇ ਉਹ ਤੂੰ ਕਦੋਂ ਪਾਇਆ ਸੀਗਾ। ਪਹਿਲਾਂ ਕਹਿੰਦੇ ਬਾਜ਼ਾਂ ਦੇ ਪਿੰਡੇ ਜਾਪਣ ਖੜਿਆਂ ਦੇ ਮੇਰਿਆਂ ਦੇ ਖੜੇ ਦੇ ਬਾਅਦ ਕਿਹੜਾ ਐਡੀ ਛੇਤੀ ਬਹਿ ਜਾਣ। ਪਹੀ ਮੁੜੇ ਜਾਂਦੇ ਕਹਿੰਦੇ ਵੀ ਆਪਣੇ ਤਾਂ ਰਾਮਪੋਂ ਖੜੀਆਂ ਨੇ ਸ਼ੌਰਾਂ ਤੇ ਸ਼ੌਰ ਖਾ ਲਏ ਮੱਕੀ ਖਾ ਲਈ ਗਾਹਾਂ ਆਏ ਕਹਿੰਦੇ ਕਦੇ ਤਾਂ ਕਰਤਾਰ ਦੇ ਬਹੁਤ ਨੇ। ਕਹਿੰਦੇ ਤੂੰ ਕਦੋਂ ਪਾਇਆ ਸੀ ਸਾਨੂੰ ਹਾਕ ਦਾ ਮਾਰ ਲਿਆ ਉਹਨੂੰ ਜਦ ਤੂੰ ਆਇਆ ਸੀ। ਮੈਂ ਤੁਹਾਨੂੰ ਹਾਕ ਕੀ ਮਾਰਦਾ ਥੋੜੀ ਚਾਹ ਧਰੀ ਵੀ ਸੀ। ਮੈਂ ਜਦੋਂ ਮੈਂ ਆਇਆ ਥੋੜੀ ਚਾਹ ਧਰੀ ਵੀ ਸੀ ਮੈਂ ਹਾਕ ਕੀ ਮਾਰਾਂ ਤੁਹਾਨੂੰ। ਅੱਛਾ ਜੀ। ਮੈਂ ਚਾਹ ਧਰੀ ਵੀ ਆਉਂਦੇ ਨੇ ਮੇਰੇ ਖੱਤੇ ਗਲੀ ਮੈਦਾਨ ਅੱਗੇ ਖੇਤਾਂ 'ਚ ਜਾਂਦੇ ਤੇ। ਹਾਂਜੀ ਹਾਂਜੀ। ਹੁਣ ਤਾਂ ਲੈਟਰੀਆਂ ਬਣ ਗਈਆਂ। ਹਾਂਜੀ ਹੁਣ ਤਾਂ ਪ੍ਰਬੰਧ ਹੋ ਗਿਆ। ਉਹਨਾਂ ਸਮੇਂ ਤੇ ਖੁੱਲਾ ਪਿਆ ਸੀ ਸਾਰਾ ਕੁਝ। ਹਾਂ ਉਹ ਮੇਰੇ ਖੱਤੇ ਕਨੀ ਗਿਆ ਜਾ ਕੇ ਆ ਕੇ ਮੈਦਾਨ ਜਾ ਕੇ ਮੇਰੇ
ਦੂਏ ਭਾਈ ਨੂੰ ਕਹਿੰਦਾ, ਉਹ ਮੈਥੋਂ ਦੋਵੇਂ ਵੱਡੇ ਸੀ। ਜੀ ਕਹਿੰਦਾ ਕਾਕਾ, ਕਹਿੰਦਾ ਹਾਂ, ਕਹਿੰਦਾ ਕਰਤਾਰ ਦਾ ਖੱਤਾ ਤਾਂ ਵਾਪਿਸ ਹੋ ਗਿਆ ਪਿਆ। ਨਾ ਉਹਨਾਂ ਨੇ ਹਾਂ ਨਾ ਹੂੰ, ਮੂਹਰੇ ਹਾਲ ਉਹਨਾਂ ਨੇ ਹੱਕ ਦੇ ਮਗਰ ਬਾਹ ਜੋੜ ਕੇ ਲਾਇਆ ਖੱਤਾ, ਅੱਛਾ ਜੀ ਆਪਦਾ ਹਾਲ ਪਾ ਲਿਆ। 8 ਪੈਸੇ ਤਾਂ ਪਹਿਲਾਂ ਲੰਘ ਗਏ, ਸਾਰਾ ਦਿਨ ਬਲਦਮ ਚੱਲਦਿਆਂ ਨੂੰ ਸਾਰੀ ਰਾਤ, ਹਾਂਜੀ ਹਾਂਜੀ ਸਾਰਾ ਦਿਨ ਫੇਰ ਲਾਇਆ। ਮੈਨੂੰ ਤਾਂ ਪਹਿਲੇ ਕਹਿੰਦੇ ਤੂੰ ਸੁਹਾਗਾ ਜੋੜ ਲਾ ਬੋਤੇ ਨਾਲ, ਕਹਿੰਦੇ ਥੱਕਿਆ ਹੋਊਗਾ। ਮੈਂ ਨਾ, ਜੇ ਮੈਂ ਥੱਕਿਆ ਤਾਂ ਬਲਦ ਵੀ ਥੱਕੇ ਹੁੰਦੇ ਨੇ। ਹਾਂਜੀ ਹਾਂਜੀ ਮੈਂ ਹਾਲੀ ਬਾਹੂ, ਹਾਲੀ ਬਾਹੀ ਗਿਆ ਸਰ, ਉਹ ਆਪ ਹੀ ਸੁਹਾਗਾ ਦਿਓ। ਸੁਹਾਗੇ ਦੇ ਕੀ ਹੈ, ਸੁਹਾਗਾ ਮਾੜਾ ਜਿਹਾ ਦੱਬਦੇ ਪਲਦਾਂ ਦਾ ਜ਼ੋਰ ਦੁੱਗਣਾ ਲੱਗਦਾ ਹੁੰਦਾ, ਮਾੜਾ ਜਿਹਾ ਕੰਨਾ ਚੱਕਦੇ ਰੈਲਾ ਹੋ ਜਾਂਦਾ। ਸੁਹਾਗੇ ਦਾ ਵੀ ਤਰੀਕਾ ਬਹੁਤ ਹੈ। ਹਾਂਜੀ ਮਤਲਬ ਮਿੱਟੀ ਮੂਹਰੇ ਤੁਰਦੀ ਸੀ, ਸੁਹਾਗੇ ਦੇ ਮੂਹਰੇ ਐ ਮਿੱਟੀ ਜਾਂਦੀ ਆ ਰੋੜਦੀ, ਕਿੰਨੀ ਜ਼ੋਰ ਲੱਗਦਾ। ਲੱਗਦਾ ਜੇ ਮਾੜਾ ਮਾੜਾ ਹੀ ਲੱਗੂ ਖਿੜੂ, ਕਿੰਨਾ ਸਕਾਲ ਖਿੱਚੇਗਾ ਵਜਨ, ਸੌਖਾ ਹੋ ਜਾਂਦਾ। ਐ ਤਕਨੀਕ ਆ, ਮਤਲਬ ਉਹਦੀ ਵੀ ਇੱਕ ਤਕਨੀਕ ਤੋਂ ਬਿਨਾ ਤਾਂ ਕੰਮ ਉਹ ਵੀ ਨਹੀਂ ਕੀਤਾ ਜਾ ਸਕਦਾ। ਹਾਂ। ਠੀਕ ਹੈ। ਤੇ ਪਹਿਲਾਂ ਦੇ ਬੰਦੇ ਵੀ ਅੱਜ ਦੀਆਂ ਮਸ਼ੀਨਾਂ ਤੋਂ ਵੱਧ ਰਾਤ ਦੀ ਰੋਟੀ ਖਾਧੀ 11 ਵਜੇ ਰੋਟੀ ਖਾਧੀ ਸੀ, 11 ਵਜੇ ਰੋਟੀ ਖਾਈ ਸੀ, ਫੇਰ ਰੋਟੀ ਖਾਧੀ ਸੀ। ਉਹਨਾਂ ਚ ਹਾਲ ਉਹ ਨਹੀਂ ਹੱਕੀ ਫਿਰਦਾ ਸੀ। ਠੀਕ ਹੈ। ਮਤਲਬ ਪੂਰਾ 12 ਪਹਿਰ ਮੈਨੂੰ ਕੋਈ ਤੋੜ ਕੇ ਦਿਖਾਓ, ਨਾ ਆਪ ਨਾ ਬਲਦਾਂ ਨੂੰ। 12 ਪਹਿਰ ਦਾ ਕਿੰਨਾ ਸਮਾਂ ਬਣ ਜੂਗਾ ਜੀ ਜੇ ਆਪਾਂ ਲਾਈਏ? ਹੈ ਕਿੰਨਾ ਟਾਈਮ ਬਣ ਜੂਗਾ 12 ਪਹਿਰ ਦਾ ਜੇ ਆਪਾਂ ਲਾਈਏ? 4 ਪਹਿਰ ਦਿਨ ਦੇ, 4 ਰਾਤ ਦੇ, 8 ਮਤਲਬ 2 4 ਦਿਨ ਦੇ ਫੇਰ ਹੋ ਗਏ 12। 2 ਦਿਨ ਰਾਤਾਂ, 2 ਦਿਨ 2 ਦਿਨ ਇੱਕ ਰਾਤ, ਇੱਕ ਰਾਤ ਹੋ ਗਈ। ਹਾਂਜੀ ਇੰਨਾ ਟਾਈਮ ਹੋ ਗਿਆ। ਠੀਕ ਹੈ ਜੀ। ਤੁਰ ਕੇ ਦਿਖਾਓ। ਲਗਾਤਾਰ ਫਿਰ ਤਾਂ ਤੁਸੀਂ ਬਹੁਤ ਯਾਤਰਾ ਕਰਦੀ, ਬਹੁਤ ਲੰਬਾ ਸਫ਼ਰ ਕੱਢਤਾ ਬਲਦਾਂ ਦੇ ਪਿੱਛੇ ਪਿੱਛੇ। ਮੈਂ ਜਦੋਂ ਦਾ ਫਿਰ ਕੱਢਣੇ ਜੀ ਮੈਨੂੰ, ਮੈਂ ਹੀ ਹੱਕੜੇ ਨੇ। ਹਾਂਜੀ ਹਾਂਜੀ ਹਾਂਜੀ। ਅੱਛਾ, ਜਿਵੇਂ ਪਹਿਲੇ ਸਮੇਂ ਦੇ ਵਿੱਚ ਆਵਾਜਾਈ ਦੇ ਸਾਧਨ ਹੈ ਨਹੀਂ ਸੀ, ਜਿਵੇਂ ਅੱਜ ਕੱਲ੍ਹ ਆਪਣਾ ਸਾਈਕਲ ਵੀ ਗਈ, ਇਹ ਵੀ ਬਹੁਤ ਲੇਟ ਆਇਆ। ਇਹ ਤਾਂ ਲਾਈਟ ਦਾ ਹੁਣ ਸਾਈਕਲ ਤਾਂ ਹੁਣ ਆਏ ਨੇ। ਹਾਂਜੀ, ਬੱਸਾਂ ਗੱਡੀਆਂ ਦੀ ਤਾਂ ਆਪਾਂ ਉਦੋਂ ਅੰਦਾਜ਼ਾ ਵੀ ਨਹੀਂ ਲਾ ਉਹ ਗੱਡੀਆਂ ਰੇਲ ਗੱਡੀ ਹੁੰਦੀਆਂ, ਹੋਰ ਕੋਈ ਨਹੀਂ ਹੁੰਦੀ। ਅੱਛਾ, ਫਿਰ ਤੁਸੀਂ ਇੱਥੋਂ ਤੁਰ ਕੇ ਮਤਲਬ ਜਾਂਦੇ ਕਿੰਨੀ ਦੂਰ, ਵੱਧ ਤੋਂ ਵੱਧ ਕਿੰਨੀ ਦੂਰ ਗਏ ਹੋ ਤੁਸੀਂ? ਮੈਂ ਰਾਮਪੁਰੇ ਤੋਂ। ਅੱਛਾ, ਤੇ ਉਹਨੂੰ ਕਿੰਨਾ ਸਮਾਂ ਲੱਗਦਾ ਸੀਗਾ ਜੀ ਤੁਰ ਕੇ ਜਾਣ? ਮੇਰੀ ਗੱਲ ਸੁਣੋ, ਇੱਕ ਆ ਸਾਡੇ ਗਵਾਂਢੀ ਸੀ, ਉਸੇ ਮੰਡੀ ਤੇ ਅਸੀਂ ਵੇਚਣ ਵਾਗਿਆ ਬੋਤਾ ਇਹ। ਅੱਛਾ ਜੀ। ਮੈਂ ਬਲਦ ਉਸੇ ਮੰਡੀ ਦੇ ਬਲਦ ਲੈ ਕੇ ਵਗ ਗਿਆ। ਹਾਂਜੀ ਹਾਂਜੀ। ਇੱਥੋਂ ਅਸੀਂ ਤੁਰੇ ਪਹਿਰ ਦੇ ਤੜਕੇ। ਠੀਕ ਹੈ ਜੀ। ਅੱਛਾ ਜੀ। ਮੰਡੀ 'ਚ ਵਾਗੇ, ਉੱਥੇ ਵਿਕੇ ਨਾ, ਦਿਨ ਛਪਣ ਵਾਲਾ ਹੋ ਗਿਆ। ਠੀਕ ਹੈ ਜੀ। ਕਹਿੰਦਾ ਵੀ ਹੁਣ ਮੈਂ ਕਿਹਾ ਚੱਲ ਮੋੜ ਫੇਰ ਕੱਢ। ਉਹ ਤਾਂ ਬੋਤੇ ਤੇ ਬਹਿ ਗਿਆ, ਮੈਂ ਉਹਦਾ ਬਹੁਤ ਔਖੀ ਆਇਆ ਪਿੰਡ ਆ ਕੇ। ਇੱਥੇ ਨੇਰੇ 'ਚ ਬਲਦ ਹੱਕੀ ਤੁਰਿਆ। ਦੇਖ ਲਾ ਵੀ ਰਾਮਪੁਰਾ ਕਿੰਨੀ ਵਾਟ ਜਾਂਦਿਆਂ ਨੂੰ ਪੈਂਦਾ, ਕਿੰਨੀ ਮੁੜਦਿਆਂ ਨੂੰ ਆਉਂਦੀ ਹੈ। ਹਾਂ ਜੀ, ਹੁਣ ਤਾਂ ਗੱਡੀ ਤੇ ਜਾਂਦੇ ਨੂੰ ਵੀ ਬੰਦੇ ਨੂੰ ਤੂੰ ਐ ਕਰ, ਤੂੰ ਸਾਈਕਲ ਤੇ ਵਗ ਜਾ। ਨਹੀਂ, ਸਾਈਕਲ ਤੇ ਤਾਂ ਅੱਜ ਦੀ ਪੀੜ੍ਹੀ ਨਹੀਂ ਜਾ ਸਕਦੀ। ਬਸ ਹੋਵੇ ਨਾ, ਸਕੂਟਰ ਤਾਂ ਛੱਡ ਖੜਾ। ਹਾਂਜੀ, ਮੈਂ ਤਾਂ ਤੁਰ ਕੇ ਗਿਆ ਸੀ, ਤੁਰ ਕੇ ਆਇਆ ਸੀ। ਤੂੰ ਰਾਮਪੁਰੇ ਸਾਈਕਲ ਤੇ ਤੁਰਿਆ ਜਾ, ਉਧਰੋਂ ਫੇਰ ਵਾਪਸ ਆ ਗਈ। ਵੀ ਕਿੰਨੇ ਚਿਰ ਚ ਮੁੜ ਕੇ ਆ ਮੇਰਾ। ਨਹੀਂ, ਤੁਸੀਂ ਰਾਮਪੁਰਾ ਕਹਿੰਦੇ, ਮੈਂ ਕਹਿੰਦਾ ਵੀ ਜੇ ਅਸੀਂ ਤਾਂ 5-7 ਕਿਲੋਮੀਟਰ ਵੀ ਜਾਣ ਤੋਂ, ਹੁਣ ਬਾਹਲਾ ਤਾਂ ਛੱਡੋ, ਤੁਸੀਂ ਅੱਜ ਕੱਲ੍ਹ ਦੀ ਪੀੜ੍ਹੀ ਖੇਤ ਨਹੀਂ ਜਾਂਦੀ ਸਾਈਕਲ ਚੱਕ ਕੇ, ਤੇ ਉਹ ਫਿਰ ਆਪਾਂ ਕਿਵੇਂ ਕਹਿ ਸਕਦੇ ਹਾਂ ਵੀ ਬੰਦੇ ਵਗ ਜਾਣਗੇ ਰਾਮਪੁਰੇ ਤੱਕ? ਮੈਂ ਨਾ ਨੀਰਾ ਢੋਣਾ ਹੁੰਦਾ, ਮੈਂ ਇਕੱਲਾ ਸੀ। ਅੱਛਾ ਜੀ। ਇੱਕ ਦਿਹਾੜੀਆ ਲੈ ਕੇ, ਦਿਹਾੜੀਆ ਨੂੰ ਕਹਿਣਾ ਪਾ ਪੰਡ ਪਾ ਕੇ ਚਤਾ ਮੈਨੂੰ, ਪੰਡ ਪਾ ਕੇ ਉਹਨੇ ਪੰਡ ਪਾ ਦੇਣੀ, ਮੈਂ ਚੱਕਣੀ ਰੇਹੜੀ ਤੇ ਲਾਇਆ ਉਹਨੂੰ 20 ਪੰਡਾ ਮੈਂ ਆਪੇ ਹੀ ਉੱਤੇ ਹੀ ਲਾਇਆ ਉਹਨਾਂ ਨੇ, ਥੱਲੇ ਪੰਡ 'ਚ ਰੱਖੀ। ਮੈਂ ਆਏ ਜੋ ਦੂਆ ਫੜਨ ਵਾਲਾ ਹੁੰਦਾ ਨਾ। ਅਸੀਂ ਤਕਰੀਬਨ ਬਹੁਤ ਕੰਮ ਕਰੇ ਨੇ। ਅੱਛਾ, ਜਿਵੇਂ ਉਦੋਂ ਦੀ ਖੇਤੀ ਸੀ ਕਿ ਉਸ ਟਾਈਮ ਕਿਹੜੀਆਂ ਜਿਹੀਆਂ ਫਸਲਾਂ ਕਿਹੜੀ ਬੀਜਦੇ ਸੀ? ਕਿਵੇਂ ਅੱਜ ਕੱਲ੍ਹ ਆਪਾਂ ਜੀਰੀ ਤੇ ਕਣਕ ਦੇ ਪਿੱਛੇ ਲੱਗੇ ਹੋਏ ਆ, ਇਹੀ ਚੱਲ ਰਿਹਾ ਹੈਗਾ, ਤਾਂ ਤੁਸੀਂ ਕਿਹੜੀਆਂ ਫਸਲਾਂ ਬੀਜਦੇ ਸੀ ਉਦੋਂ? ਮੱਕੀਆਂ, ਪਕਾਹਾਂ, ਨਰਮੇ ਇਹ ਬੀਜਦੇ ਸੀ। ਹਾਂਜੀ। ਗਾਹਾਂ ਫਿਰ ਕਣਕਾਂ, ਛੋਲੇ ਹੁੰਦੇ ਉਹ ਬੀਜ ਲੈਂਦੇ ਸੀ। ਚਲੋ ਕਿਉਂ ਹੁਣ
ਜਿਵੇਂ ਹੁਣ ਅੱਜ ਆਪਾਂ ਕੱਲੀ ਕਣਕ ਦਾ ਹੀ ਆਟਾ ਖਾਂਦੇਗੇ, ਉਦੋਂ ਵੀ ਲੋਕ ਵੀ ਤੁਸੀਂ ਜਿਵੇਂ ਉਸ ਟਾਈਮ ਆਪਾਂ ਸੁਣਨ ਚ ਆਉਂਦਾ ਕਹਿੰਦੇ ਵੀ ਉਦੋਂ ਮੱਕੀ ਦਾ ਆਟਾ ਜ਼ਿਆਦਾ ਖਾਧਾ ਜਾਂਦਾ ਸੀ, ਵੀ ਕੀ ਗੱਲ ਇਹ ਤੁਸੀਂ ਤੁਹਾਨੂੰ ਪਤਾ ਇਹਦੇ ਬਾਰੇ? ਉਦੋਂ ਕਣਕਾਂ ਘੱਟ ਹੁੰਦੀਆਂ, ਪਾਣੀ ਹੈ ਨਹੀਂ ਤੇ ਤੋੜਾ ਪਾਣੀ ਦਾ ਸੀ, ਖੇਤਾਂ 'ਚ ਵੀ ਪਾਉਣ ਨੂੰ ਪਾਣੀ ਮਿਲਦਾ ਨਹੀਂ ਸੀ। ਜਿੱਥੇ ਪਾਣੀ ਜਾਊਗਾ ਉੱਥੇ ਹੀ ਫਸਲ ਹੋਊ। ਹਾਂਜੀ, ਫਿਰ ਇਹ ਤਾਂ ਬਾਪੂ ਜੀ ਅੱਜ ਦੇ ਸਮੇਂ ਜਿਹੜੀ ਮੱਕੀ ਬੀਜੀ ਜਾਂਦੀ ਇਹ ਤਾਂ ਪਾਣੀ ਵੱਧ ਮੰਗਦੀ ਹੈ, ਫਿਰ ਇਹ ਮੱਕੀ ਕਿਵੇਂ ਹੋ ਜਾਂਦੀ ਸੀ ਉਦੋਂ? ਮੱਕੀ ਉਦੋਂ ਵਾਲਾ ਬੀਜਦੇ ਥੋੜੀ ਜਿਹੀ ਹੁੰਦੀ ਪਈ, ਇੰਨੇ ਕੁ ਤਾਂ ਮੈਂ ਰਮਾਰ ਮੂਲ ਨੂੰ ਇਹਦੇ ਨਾਲ। ਅੱਛਾ, ਤੇ ਪਾਣੀ ਦੇ ਲਈ ਫਿਰ ਜਿਵੇਂ ਇੱਕ ਤਾਂ ਦੇਖੋ ਆਪਾਂ ਨੂੰ ਪਤਾ ਪਹਿਲਾਂ ਟਿਊਬਵੈਲ ਦੇ ਨਾਲ ਪਾਣੀ ਲੱਗਦਾ ਸੀ, ਜਿਹੜੀਆਂ ਸਮਰਸੀਬਲ ਮੋਟਰਾਂ ਹੋਣ ਲੱਗੀਆਂ ਨੇ ਇਹ ਤਾਂ ਘਰ ਹੋਈਆਂ ਨੇ, ਤਾਂ ਹੁਣ ਥੋੜੇ ਸਮੇਂ ਦੀ ਗੱਲ ਆ, ਪਿਛਲੇ 15-20 ਸਾਲ ਹੋ ਗਏ ਹੋਣਗੇ। ਤਾਂ ਉਦੋਂ ਟਿਊਬਵੈਲ ਦਾ ਪਾਣੀ ਪਿੰਡ ਦੇ ਹਰ ਉੱਚੇ ਨੀਵੇਂ ਥਾਂ ਤੇ ਕਿਵੇਂ ਪਹੁੰਚਦਾ ਸੀ? ਤਾਂ ਖਾਸਾ ਔਖਾ ਹੁੰਦਾ ਹੋਣਾ, ਮੁਸ਼ਕਲ ਹੁੰਦੀ ਹੋਣੀ ਆ, ਵੀ ਉਹ ਤੁਸੀਂ ਕਿਵੇਂ ਕਰਦੇ ਸੀ ਉਹਨੂੰ ਉੱਥੇ ਤੱਕ ਪਾਣੀ ਲਿਜਾਣ ਦੇ ਲਈ? ਸਾਡੇ ਪਿੰਡ 'ਚ 3 ਖੂਹ ਸੀ। ਅੱਛਾ ਜੀ। ਇੱਥੇ ਖੂਹ ਸੀਗਾ ਹਲਵੇ, ਇੱਥੋਂ ਸਾਡਾ ਸਾਰਾ ਗਵਾੜ ਪਾਣੀ ਭਰਦਾ। ਪਸ਼ੂਆਂ ਨੂੰ ਵੀ ਖੂਹ ਤੋਂ ਕੱਢ ਕੇ ਪਿਆਉਣਾ ਡੋਲਿਆਂ ਨੂੰ। ਅੱਛਾ ਜੀ। ਕੁੰਡ ਬਣਾਇਆ ਵਾ ਸੀ, ਕੁੰਡੇ 'ਚ ਪਾ ਦੇਣਾ, ਪਸ਼ੂ ਲਾਈ ਜਾਣਾ, ਐ ਪਸ਼ੂਆਂ ਦਾ ਗੁਜ਼ਾਰਾ ਕਰਦੇ ਸੀ। ਨਹਾਉਣਾ ਵੀ ਉੱਥੇ ਹੀ ਆ, ਪਾਣੀ ਕੱਢ ਕੇ ਖੂਹ ਚੋਂ। ਬੁੜੀਆਂ ਨੇ ਪਾਣੀ ਤੇ ਤੌੜੇ ਲਿਆਉਣੇ ਭਰ ਕੇ। ਠੀਕ ਹੈ, ਠੀਕ ਹੈ। ਤੇ ਜਿਵੇਂ ਹੁਣ ਅੱਜ ਦੇ ਸਮੇਂ ਦੇ ਵਿੱਚ ਆਪਾਂ ਦੇਖਦੇ ਵੀ ਸਮਰਸੀਬਲ ਲੱਗੀ ਆ, ਆਪਾਂ ਟੈਂਕੀ 'ਚ ਪਾਣੀ ਪਾ ਲਿਆ, ਉਦੋਂ ਫਿਰ ਜਿੰਨਾ ਪੀਂਦੇ ਸੀ ਉਨਾ ਨਾਲ ਦੀ ਨਾਲ ਹੀ ਕੱਢਦੇ ਸੀ ਪਾਣੀ ਖੂਹ 'ਚ। ਬਸ ਨਾਲ ਦੀ ਨਾਲ ਹੀ। ਤੇ ਉਹਨੂੰ ਫਿਰ ਸਾਂਭ ਕੇ ਕਾਹਦੇ 'ਚ ਰੱਖਦੇ ਸੀ ਉਹਨਾਂ ਸਮੇਂ 'ਚ? ਤਾਂ ਅੱਜ ਕੱਲ੍ਹ ਦੀਆਂ ਪਲਾਸਟਿਕ ਦੇ ਨਹੀਂ ਕਿਉਂਕਿ ਕੁਛ ਨਹੀਂ ਹੋਣਾ। ਤੌੜਿਆਂ 'ਚ ਪਾਣੀ ਪਾ ਕੇ ਰੱਖ ਲਿਆ, ਘਮਿਆਰਾਂ ਦੇ ਤੌੜੇ ਲਿਆਉਂਦੇ, ਉਹਨਾਂ 'ਚ ਪਾਣੀ ਪਾ ਕੇ ਰੱਖਦਾ ਲਾਣੇਦਾਰ, ਫਿਰ ਉਹਨਾਂ 'ਚੋਂ ਪੀਣਾ। ਐ ਨਹੀਂ ਵੀ ਇੱਧਰੋਂ ਵੀ ਡੋਲਿਆ ਪਾਣੀ ਹੋ ਗਿਆ, ਇੱਧਰੋਂ ਵੀ ਪਾਣੀ ਡੋਲਿਆ, ਮਸਾਂ ਵਰਤਦੇ ਤੇ ਪਾਣੀ ਨੂੰ। ਮਤਲਬ ਪਾਣੀ ਦੀ ਸੰਭਾਲ ਕੀਤੀ ਜਾਂਦੀ ਸੀ। ਹਾਂ, ਪਾਣੀ ਦਾ ਤੋੜਾ ਸੀਗਾ, ਥੋਂ ਹੈ ਨਹੀਂ ਤੇ। ਜਿਹੜੀ ਚੀਜ਼ ਸਾਨੂੰ ਆਮ ਮਿਲ ਜਾਂਦੀ ਆ, ਇਹਦੇ ਵਿੱਚ ਇੱਕ ਮੈਸੇਜ ਵੀ ਆ ਤੁਹਾਨੂੰ ਆਡੀਅנס ਨੂੰ ਦੋਸਤੋ, ਇਹ ਬਹੁਤ ਸੋਹਣਾ ਮੈਸੇਜ ਆ ਵੀ ਪਾਣੀ ਦੀ ਸਾਂਭ ਕਰਨੀ ਚਾਹੀਦੀ ਹੈ, ਤਾਂ ਹੀ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਪਾਣੀ ਦੇ ਨਾਲ ਜਿਹੜਾ ਹੈਗਾ ਆਪਦਾ ਲਾਈਫ ਨੂੰ ਬਚਾ ਸਕਣਗੀਆਂ। ਜਿਵੇਂ ਬਹੁਤ ਸਾਰੇ ਇਹਦੇ ਨਾਲ ਰਿਲੇਟਡ NGO ਵੀ ਨੇ ਕੰਮ ਕਰਦੇ ਨੇ, ਪਰ ਬਜ਼ੁਰਗਾਂ ਨੇ ਵਧੀਆ ਗੱਲ ਕਹੀ ਹੈ ਵੀ ਉਸ ਟਾਈਮ ਪਾਣੀ ਨੂੰ ਸਾਂਭ ਕੇ ਰੱਖਦੇ ਸੀ। ਜਦੋਂ ਪਾਣੀ ਘੱਟ ਸੀ ਉਦੋਂ ਇਹਦੀ ਕਦਰ ਸੀ, ਜਦੋਂ ਹੁਣ ਸਾਡੇ ਕੋਲੇ ਆਮ ਆ ਹੁਣ ਅਸੀਂ ਇਹਦੀ ਬੇਕਦਰੀ ਕਰ ਰਹੇ ਹਾਂ। ਇਹਨਾਂ ਦੀ ਗੱਲ ਦੇ ਵਿੱਚੋਂ ਵੀ ਆਪਾਂ ਨੂੰ ਵਧੀਆ ਸਾਹਮਣੇ ਜਿਹੜੀ ਗੱਲ ਨਿਕਲ ਕੇ ਆਈ ਆ, ਆਪਾਂ ਦੇਖੀਏ ਜਿਵੇਂ। ਤੇ ਹੋਰ ਬਾਪੂ ਜੀ, ਇਹ ਤੋਂ ਬਿਨਾਂ ਵੀ ਜਿਵੇਂ ਪਹਿਲੇ ਸਮੇਂ ਦੇ ਵਿੱਚ ਰਲ ਕੇ ਕੰਮ ਮੇਰੀ ਗੱਲ ਸੁਣ, ਹਲ ਵਾਹੁੰਦੇ ਹਾਂਜੀ। ਐਡਾ ਤਪਲਾ ਹੁੰਦਾ, ਐਡਾ ਲੱਸੀ ਦਾ ਭਰਿਆ ਵਾ ਹੁੰਦਾ, ਰੋਟੀ ਜਾਂਦੀ। ਅੱਛਾ ਜੀ। ਜਿਹੜੀ ਲੱਸੀ ਬਚ ਗਈ ਉਹਦਾ ਸਮਾਰ ਕੇ ਨਾ ਕੀੜੀਆਂ ਤੋਂ ਮੂੰਹ ਬੰਨ੍ਹ ਦੇਣਾ ਕੱਪੜੇ ਨਾਲ, ਟੋਆ ਪੱਟ ਕੇ ਉਹਨੂੰ ਵਿੱਚ ਦੱਬ ਦੇਣਾ, ਹਾਂਜੀ। ਉਹਦੇ ਉੱਤੇ ਮਿੱਟੀ ਚਾੜ ਦੇਣੀ ਹੈ ਨਾ ਗਿੱਲੀ, ਠੀਕ ਹੈ। ਉਹ 'ਚ ਬਰਫ਼ ਵਰਗੀ ਲੱਸੀ ਹੁੰਦੀ, ਉਹ ਪਾਣੀ ਬਾਹਰ ਕਿੱਥੇ ਤੇ ਹਲ ਵਾਹੁੰਦੇ ਨੂੰ। ਮਤਲਬ ਦੇਸੀ ਫ੍ਰਿਜ ਸੀ ਉਦੋਂ ਤੁਹਾਡੇ ਟਾਈਮ 'ਚ। ਹਾਂ। ਅੱਜ ਕੱਲ੍ਹ ਦੇ ਜਿਹੜੇ ਫ੍ਰਿਜ ਨੇ ਕੰਪਨੀਆਂ ਦੇ ਬਣਾਏ ਹੋਏ। ਜਦੋਂ ਤੇਲ ਲੱਗਣੀ ਫਿਰ ਲੱਸੀ ਕੱਢ ਕੇ ਪੀਣੀ, ਫਿਰ ਐਂ ਕਿਰਾਂ ਬਰਫ਼ ਵਰਗੀ ਪਈ ਹੁੰਦੀ। ਹੁਣ ਮੈਨੂੰ ਐਂ ਦੱਸਿਓ ਬਾਪੂ ਜੀ ਵੀ ਤੁਸੀਂ ਜਿਵੇਂ ਬਾਹਰ ਕੰਮ ਕਰਦੇ ਸੀ ਖੇਤ ਦੇ ਵਿੱਚ, ਤੇ ਤੁਸੀਂ ਕਈ ਜੋੜੀਆਂ, ਬਲਦਾਂ ਦੀਆਂ ਜੋੜੀਆਂ ਕਹਿੰਦੇ ਹੁੰਦੇ ਪਹਿਲੇ ਸਮੇਂ ਦੇ ਵਿੱਚ, ਇਕੱਠੀਆਂ ਕਰਕੇ ਕੰਮ ਕਰਦੇ ਹੋ ਵੀ, ਉਹ ਕੰਮ ਜਿਵੇਂ ਅੱਜ ਕੱਲ੍ਹ ਤਾਂ ਸਾਰਾ ਹੀ ਇੱਕ ਤਰੀਕਾ ਵਰਤਿਆ ਕਿ ਪੈਸੇ ਨਾਲ ਹੀ ਹੁੰਦਾ ਸਾਰਾ। ਇਹਦਾ ਪੈਸੇ ਨਾਲ ਘੰਟਿਆਂ ਦੇ ਹਿਸਾਬ ਨਾਲ ਹੋ ਜਾਂਦਾ। ਉਦੋਂ ਕੰਮ ਸੀਗਾ ਜਿਹੜਾ ਆਪਸੀ ਪਿਆਰ ਸਹਿਚਾਰ ਨਾਲ ਹੁੰਦਾ ਸੀ, ਉਹਨੂੰ ਕਹਿੰਦੇ ਸੀ ਵਿੜੀ ਵਾਲਾ ਸਿਸਟਮ, ਵੀ ਉਹਦੇ ਬਾਰੇ ਹੁਣ ਤੁਸੀਂ ਮੈਨੂੰ ਦੱਸੋ ਜਾਣਕਾਰੀ। ਉਹ ਤਾਂ ਅੱਗੇ ਤਾਂ ਦਾਣੇ ਕਿਉਂ ਕੱਢਦੇ ਹੁੰਦੇ ਤਾਂ ਪਰ ਵੱਢੀ ਜਾਂਦੇ, ਫਿਰ ਪਿੜ ਘੜਦੇ। ਅੱਛਾ ਜੀ। ਪਿੜ ਘੜ ਕੇ ਫਿਰ ਉੱਥੇ ਲਾਂਗਾ ਇਕੱਠਾ ਕਰਦੇ ਸਾਰਾ, ਫਿਰ ਪੈਲੀਆਂ ਪਾਉਂਦੇ, ਬਲਦਾਂ ਨਾਲ ਗਾਉਂਦੇ ਫਲੇ ਪਾ ਕੇ। ਠੀਕ ਹੈ ਜੀ। ਹਾਂ, 3-3 4-4 ਦਿਨ ਇੱਕ ਪੈਲੀ ਨੂੰ ਲੱਗ ਜਾਂਦੇ ਤੇ। ਬਰੀਕ ਹੁੰਦੀ ਉਹ ਵੀ ਹੌਲੀ ਹੌਲੀ ਵੱਧਦਾ। ਹਾਂਜੀ ਹਾਂਜੀ। ਦੁਪਹਿਰੇ 1 ਵਜੇ ਪੱਟਣੀ ਪੈਲੀ, ਬਲਦਾਂ ਨੂੰ ਸ਼ਾਮੇ ਭੇਜ ਦੇਣਾ ਇੱਕ ਬੰਦੇ ਨਾਲ, ਫਿਰ ਪੈਲੀ ਪੱਟਣੀ, ਪੈਲੀ ਪੱਟ ਕੇ ਫਿਰ ਉਹ ਜੋੜਨਾ। ਉਹਦੇ ਬਿਜਲੀ ਲੰਘ ਨਹੀਂ ਸੀ ਸਕਦਾ, ਉਹ ਗੱਭਰੂ ਭੱਜ ਕੇ ਉੱਤੋਂ ਦੀ ਇੰਨੀ ਉੱਚੀ ਹੋ ਜਾਂਦੀ ਸੀ, ਉਹ ਵਾਰ ਕੇ ਫੁੱਲ ਜਾਂਦੀ ਸੀ। ਮਾੜਾ ਪਸ਼ੂ ਵਿੱਚ ਡਿੱਗ ਪੈਂਦਾ ਸੀਗਾ, ਫਿਰ ਠਾਉਣਾ। ਅੱਗੇ ਵਾਂਗੂ ਤਾਂ ਹੁਣ ਦੇ ਲੋਕ ਖਾਣ ਜੋਗੇ ਦਾਣੇ ਨਹੀਂ ਕਮਾ ਸਕਦੇ, ਜਿਵੇਂ ਅੱਗੇ ਲੋਕ ਕਮਾਉਂਦੇ ਨੇ। ਹੁਣ ਤਾਂ ਸਿੱਤਰ ਨਾ ਭੁੱਗੀ ਆ,
ਨਹੀਂ ਉਹ ਗੱਲਾਂ ਤੁਹਾਡੀਆਂ ਸਾਰੀਆਂ ਠੀਕ ਨੇ ਮੈਂ- ਵੀ ਅੱਜ ਕੱਲ੍ਹ ਸੌਖਾ ਹੋ ਮੇਰੀ ਗਿਆ। ਗੱਲ ਸੁਣ, ਮੈਂ 100 ਵਿਗਾ ਪੈਲੀ ਪਾਲ ਦੇਣਾ ਕੱਲਾ ਹੁਣ ਦੇ ਜ਼ਮਾਨੇ 'ਚ, ਠੀਕ ਹੈ ਜਿਵੇਂ ਆ ਕੰਮ ਹੈਗਾ ਜਾਂ ਕੰਮ ਦਾ ਜ਼ੋਰ ਤਾਂ ਹੈ ਨਹੀਂ ਆ ਹੁਣ ਤਾਂ ਮਸ਼ੀਨੀ ਹੋ ਗਈ। ਵੀ ਮਸ਼ੀਨਾਂ ਬੀਜਿਆ ਲਾ, ਹੂੰ। ਪਾਣੀ ਆਇਆ ਨੱਕਾ ਛੱਡ ਦੇ, ਪਾਣੀ ਆਇਆ ਨੱਕਾ ਛੱਡ ਦੇ, ਤੇ ਰੇਹ ਪਾ ਦਿਆਂ। ਹੁਣ ਤਾਂ ਰੇਹ ਪਾਉਂਦੇ ਨੇ, ਉਦੋਂ ਰੇਹ ਵੀ ਨਹੀਂ ਜਾਣਦਾ, ਕੋਈ ਜਾਣਦਾ ਹੀ ਨਹੀਂ ਸੀ ਵੀ ਰੇਹ ਹੁੰਦਾ ਕੀ ਹੈ। ਅੱਛਾ ਜਿਵੇਂ ਤੁਸੀਂ ਕਹਿੰਦੇ ਹੋ ਵੀ ਹੁਣ ਆਪਾਂ 100 ਕਿੱਲੇ ਦੀ ਪੈਲੀ ਜਾਂ ਆਪਾਂ ਕਹਿੰਦੇ ਵੀ 100 ਬਿੱਗੇ ਦਾ ਵੀ ਕੰਮ ਸੌਖਾ ਇਹ ਗਾ। ਖੂਹੀ 'ਚ ਡਿੱਗਿਆ ਵਾ ਨਾ। ਮੈਂ ਮੁੰਡੇ ਨੂੰ ਕਿਹਾ, ਮੈਂ ਕਿੰਨਾ ਕੁ ਦੇਣਾ, ਕਹਿੰਦਾ ਬਾਪੂ ਦਿਨ ਤਾਂ ਥੋੜਾ ਜਿਹਾ ਰਹਿ ਗਿਆ। ਮੈਂ ਕਿਹਾ ਚੰਗਾ ਹੋਰ ਟੋਕਰਾ ਨਾ ਭੇਜੋ, ਆਹੀ ਭਰ ਕੇ ਬੰਦ ਕਰੋ। ਹੱਥ ਹੋ ਗਿਆ ਅੱਛਾ 2 ਇੱਟਾਂ, ਮੈਂ ਤਾਂ ਕਿਹਾ 2 ਮੋਹਣੇ ਨੇ ਧਰਤੀਆਂ ਉਧਰੋਂ ਛੱਡ ਦੇ ਕੇ ਆਏ ਕਿਰਾਂ ਨਿਉ ਡੀਪੀ ਉੱਤੋਂ ਕੰਧ, ਅੱਛਾ ਕੋਠੇ ਦੀ ਕੰਧ ਡੀਪੀ ਜਿਵੇਂ ਆ ਕੋਠੀ ਦੀ ਆ ਇਹਦੀ, ਉਹ ਇੱਟਾਂ ਲੱਗੀਆਂ ਨੇ। ਖੈਰ ਮੈਂ ਝਾੜ ਕੇ ਹੁੰਦੇ ਨੇ ਆ ਲੱਗੀਆਂ ਨੇ, ਸਿਰ 'ਤੇ ਇੱਟਾਂ ਲੱਗੀਆਂ ਜੀ, ਸਿਰ 'ਤੇ ਗਈ ਹੋ ਗਈ ਸੀ। ਅੱਛਾ ਜਿਹੜੇ ਆ ਅੱਖਾਂ ਦੇ ਵਿੱਚ ਤੁਹਾਡੇ ਆ ਨੀਮਾ ਵਾਲਾ ਇੱਕ ਟੋਏ ਜਿਹੇ ਨੇਗੇ ਤਾਂ ਉਹ ਉਸ ਟਾਈਮ ਜਿਹੜਾ ਤੁਸੀਂ ਆ ਸੱਟਾਂ ਲੱਗੀਆਂ ਨੇ ਇਹ। ਅੱਛਾ ਜੀ ਹਾਂ ਹਾਂ ਸੋਚ ਗਏ ਤੇ ਰਵਾਇਆ ਹੋਵੇ, ਮੂੰਹ ਸੋਚ ਗਿਆ ਸੀ ਸੱਟਾਂ ਨੂੰ। ਆਇਆ ਵੀ ਇਹ ਤਾਂ ਬਹੁਤ ਜਿਵੇਂ ਪਹਿਲਾਂ ਕਹਿੰਦੇ ਮਾਰੂ ਫਸਲਾਂ ਹੁੰਦੀਆਂ ਬਾਪੂ ਜੀ, ਤੇ ਉਹ ਤੁਸੀਂ ਉਹਦਾ ਝਾੜ ਝੂੜ ਮਤਲਬ ਕਿਵੇਂ ਤੁਸੀਂ ਉਹਨੂੰ ਮਿਣਦੇ ਸੀ, ਕਿਵੇਂ ਨਾਪਦੇ ਸੀ, ਕਿਵੇਂ ਪਤਾ ਲੱਗਦਾ ਸੀ ਉਹਦਾ ਸਾਰੇ ਦਾ ਆਪਾਂ ਨੂੰ ਵੀ ਇਹ ਕਿੰਨੇ ਮਣ ਦੀ, ਕੁਇੰਟਲ ਦੀ ਜਾਂ ਕਿਵੇਂ ਕਰਦੇ ਸੀ, ਤੇ ਫਸਲ ਕਿਸ ਤਰ੍ਹਾਂ ਦੀ ਸੀ? ਫਸਲ ਜਿਹੀ ਜੀ ਉਹਦਾ ਕਮਾਊਗਾ ਉਹੀ ਜੀ ਹੋਊ। ਕਿਤੇ ਸਿੱਧਾ ਸਿੱਧਾ ਡਾ ਹੀ ਹੁੰਦਾ, ਕਿਤੇ ਵਧੀਆ ਵੀ ਪਾਊ, ਕੋਈ ਸਿੱਧਾ ਪਾਊ, ਕੋਈ ਜਿਹੋ ਜਿਹਾ ਪਾਵੇਗਾ ਉਹ ਜੀ ਕੱਢੇਗਾ। ਨਹੀਂ ਉਹ ਕਿਹੜੀਆਂ ਫਸਲਾਂ ਬੀਜਦੇ ਤੁਸੀਂ, ਕਿਹੜੀ ਫਸਲ ਤੁਹਾਡੀ ਆਪਦੀ ਖੇਤੀ ਜਿੱਥੇ ਤੁਸੀਂ ਕਰਦੇ ਉੱਥੇ ਕਿਹੜੀ ਫਸਲ ਬੀਜੀ ਹੁੰਦੀ ਸੀ? ਮੱਕੀ ਵੀ ਹੁੰਦੀ, ਕਪਾਹ ਵੀ ਹੁੰਦੀ, ਬਾਜਰਾ ਵੀ ਬੀਜ ਹੁੰਦਾ। ਉਹਦਾ ਜੇ ਹੁਣ ਆਪਾਂ ਪਰ ਵਿਗਾ ਝਾੜ ਦਾ ਜੀ ਕਿੰਨਾ ਕੁ ਝਾੜ ਹੋ ਜਾਂਦਾ ਸੀ? ਤੇ ਬਾਕੀ ਮਗਰੋਂ ਝਾੜ ਤਾਂ ਹੁਣ ਪੈਰੀ ਸਾਂਭਣ ਦੇ ਅਖਤਿਆਰ ਹੈ। ਜੇ ਤੂੰ ਪਾਣੀ ਨਹੀਂ ਲਾਵੇਗਾ, ਗੁੱਡੇਗਾ ਨਹੀਂ, ਕੱਖ ਹੀ ਕੱਢਾ ਕੱਢ ਹੋ ਜਾਵੇ, ਕੀ ਹੋਊ ਉਹਦੇ ਵਿੱਚੋਂ? ਨਹੀਂ ਹੋਊਗਾ। ਹੁਣ ਤੂੰ ਸਿਰ ਨਾ ਨਾਈ, ਹਾਂਜੀ ਤੇਰਾ ਏਡੀ ਤਾਂ ਮੈਂ ਹੋਊਗੀ ਚੜੀ ਵੀ, ਸਿਰ 'ਚ ਤੇਰਾ ਫੂਸ ਦਾ ਭਰਿਆ ਹੋਊਗਾ, ਤੇਰਾ ਦਿਮਾਗ ਕੰਮ ਕਰੂਗਾ ਕਿ ਨਹੀਂ ਪਹਿਲਾਂ ਨੂੰ ਦੱਸ। ਨਹੀਂ ਉਹ ਤਾਂ ਫਿਰ ਜੇ ਹੁਣ ਆਪਾਂ ਆਪਦੇ ਧਿਆਨ ਨਹੀਂ ਰੱਖਾਂਗੇ ਫਿਰ ਤਾਂ ਨੁਕਸਾਨ ਹੋਊਗਾ ਹੀ ਹੋਊਗਾ। ਬਸ ਇਹ ਤਾਂ ਗੱਲ ਹੈਗੀ। ਅੱਗੇ ਜਿੰਨਾ ਚਿਰ ਵੱਢੀ ਨਹੀਂ ਜਾਂਦੀ 15 ਦਿਨ ਲੱਗ ਜਾਂਦੇ ਤੇ ਵੱਢਣ ਨੂੰ ਅੱਗੇ। ਅੱਛਾ ਜੀ ਪਹਿਲਾਂ ਛੋਲੇ ਵੱਢਣੇ, ਸਰੋਂ ਵੱਢਣੀ, ਫਿਰ ਕਣਕ ਵੱਢਣੀ। ਉਹ ਨਹਾਉਂਦੇ ਹੀ ਨਾ, ਠੀਕ ਜੇ ਉਹਨੂੰ ਕਹਿੰਦੇ ਨਥੂ ਨਹਾ ਲੈ, ਕਹਿੰਦਾ ਥੋੜੀ ਸਵੇਰੇ ਕੰਡ ਜ਼ਿਆਦਾ ਲੜੂ, ਉੱਤੇ ਜਾ ਕੰਡ ਤੇ ਕੰਡ ਜੰਮੀ ਜਾਂਦੀ ਆ, ਮੇਰੇ ਤਾਂ ਲੜਦੀ ਨਹੀਂ ਨਾ। ਇਹੋ ਜਿਹਾ ਬੰਦਾ ਸੀ। ਠੀਕ ਹੈ ਜੀ। ਜਿੱਦੇ ਹਾਰੀ ਵੱਢਤੀ ਫੇਰ ਨਹਾਉਣਾ ਉਹਨੇ ਇੱਕ ਦਿਨ, ਪੀੜੀ ਫੇਰ ਨਹੀਂ ਸੀ ਨਹਾਉਣਾ ਨਾ। ਜਾਣੀ ਬਹੁਤ ਹੀ ਬੰਦੇ ਬੇਪਰਵਾਹ ਸੀਗੇ। ਬੇਪਰਵਾਹ ਸੀ। ਹਾਂਜੀ ਤੇ ਕੰਮ ਨਾਲ ਪਿਆਰ ਸੀ, ਕੰਮ ਹੀ ਕਰਦੇ ਸੀ। ਉਹ ਕਿਉਂ ਨੂੰ ਪੀਂਦਾ ਹੁੰਦਾ, ਮੈਂ ਕੰਮ ਕਰੀ ਜਾਂਦਾ, ਨਾਲੇ ਆਏ ਉਹਦਾ ਪੀਂਦਾ ਤੁਰਿਆ ਜਾਂਦਾ, ਮੈਂ ਕੰਮ ਕਰੀ ਜਾਂਦਾ। ਅੱਛਾ ਜੀ ਇੱਕ ਹੱਥ ਨਾਲ ਜਾਣੀ ਚੱਲ ਪਈ ਜਾਂਦੇ, ਇੱਕ ਹੱਥ ਨਾਲ ਕੰਮ ਕਰੀ। ਹਾਂ ਅੱਛਾ ਹੋਰ ਬਾਪੂ ਜੀ ਫਿਰ ਜਵਾਨੀ ਵੇਲੇ ਦੇ ਸ਼ੌਂਕ ਹੋਣਗੇ ਕੋਈ ਆਪਣੇ? ਜਵਾਨੀ ਵੇਲੇ ਕੋਈ ਸ਼ੌਂਕ ਹੋਣਗੇ ਤੁਹਾਡੇ, ਕੋਈ ਸ਼ੌਂਕ ਹੋਣਗੇ, ਉਹ ਕਿਹੜੇ ਸ਼ੌਂਕ ਸੀ ਤੁਹਾਡੇ ਜਵਾਨੀ ਦੇ? ਸ਼ੌਕ ਕਿਹੜੇ ਸ਼ੌਂਕ ਤੁਹਾਡੇ ਮਤਲਬ ਜਿਵੇਂ ਹੁਣ ਅੱਜ ਕੱਲ੍ਹ ਦੇ ਮੁੰਡਿਆਂ ਨੂੰ ਕੋਈ ਨੂੰ ਗਾਉਣਾ ਪਸੰਦ ਆ, ਕਿਸੇ ਨੂੰ ਕੁਛ ਕਰਨਾ, ਕਿਸੇ ਨੂੰ ਸਾਨੂੰ ਤਾਂ ਮੇਲੇ ਮੁੱਲੇ ਦੇਖਣੇ ਪੈਂਦੇ ਹੁੰਦੇ ਅੱਛਾ। ਵੀ ਫਲਾਣੇ ਤੋਂ ਗਾਉਣ ਲੱਗੂਗਾ, ਉਹ ਦੇਖਿਓ, ਜਲਸਾ ਹੋਊਗਾ ਉਹ ਦੇਖਿਓ, ਅੱਛਾ ਦੇਖ ਕੇ ਆਉਂਦੇ ਰਾਤਾਂ ਨੂੰ। ਕਿਹੜਾ ਗਵਈਆ ਪਸੰਦ ਸੀ ਤੁਹਾਨੂੰ ਗਾਉਣ ਵਾਲਾ ਉਸ ਸਮੇਂ ਦਾ? ਉਹਨੂੰ ਦੇ ਕਿਹੜਾ ਹੁਣ ਨੌ ਯਾਦ ਨੇ, ਅੱਛਾ ਨੌ ਨਹੀਂ ਨਾ ਯਾਦ ਨੇ। ਠੀਕ ਗਾਣਾ ਗੁਣਾ ਆਉਂਦਾ ਹੋਵੇ ਜਾਂ ਕੋਈ ਬੋਲੀ ਪੁਰਾਣੇ ਸਮੇਂ ਦੀ ਕੋਈ ਆਉਂਦੀ ਹੋਵੇ, ਉਹ ਬਜ਼ੁਰਗਾਂ ਨੂੰ ਪੁਰਾਣਿਆਂ ਨੂੰ ਖਾਸੀਆਂ ਆਉਂਦੀਆਂ ਹੁੰਦੀਆਂ ਨੇ। ਬੋਲੀ ਤਾਂ ਤੁਹਾਨੂੰ ਬਸ ਸੁਣਾ ਨਹੀਂ ਸਕਦਾ ਇੱਥੇ। ਅੱਛਾ ਬੋਲੀ ਤਾਂ ਜਿਹੜੇ ਮਰਜ਼ੀ ਸੁਣ ਲੈਂਦੇ।
ਕੋਈ ਕੀ ਗੱਲ ਇਹ ਜੀ ਕੀ ਗੱਲ ਆਈ ਜਿਹੜੀ ਬਾਹਰ ਹੁੰਦੇ ਤੈਨੂੰ ਸੁਣਾ ਵੀ ਦਿੰਦੇ, ਅੱਛਾ ਇੱਥੇ ਨਹੀਂ ਸੁਣਾ। ਇੱਥੇ ਨਹੀਂ ਸੁਣਾ ਸਕਦੇ। ਬਾਹਰ ਕੈਨੇਡਾ ਅਮਰੀਕਾ ਦੀ ਗੱਲ ਕਰਦੇ ਹੋ ਕਿੱਥੇ? ਖੇਤਾਂ 'ਚ ਵਗ ਜਾ। ਅੱਛਾ ਸੁਣਾ ਲੈ ਕੇ ਉੱਥੇ। ਚਲੋ ਅਗਲੀ ਵਾਰ ਮੈਂ ਤੁਹਾਨੂੰ ਖੇਤ 'ਚ ਹੀ ਮਿਲਣ ਆਊਗਾ। ਨਹੀਂ ਧੁੱਪੇ ਬਿਠਾਓ ਫਿਰ ਤੈਨੂੰ। ਠੀਕ ਹੈ ਠੀਕ ਆ, ਕੋਈ ਗੱਲ ਨਹੀਂ ਧੁੱਪੇ ਖੜ ਜਾਵਾਂਗੇ। ਆ ਗਰਮੀ ਫਿਰ ਬਿੰਦੇ ਬਿੰਦੇ ਪੁੰਜੇਗਾ ਨਾਲ ਉੱਥੇ। ਨਹੀਂ ਉਹ ਤਾਂ ਮੈਨੂੰ ਵੈਸੇ ਆਈ ਜਾਂਦੀ ਹੈ ਬੈਠਣ ਨੂੰ, ਤੇ ਤੁਹਾਡਾ ਪਤਾ ਨਹੀਂ ਕਿਹੋ ਜਿਹਾ ਸਰੀਰ 'ਚ ਫਰਿੱਜ ਫਿੱਟ ਕੀਤਾ ਹੋਇਆ ਜਿਹੜੀ ਤੁਹਾਨੂੰ ਗਰਮੀ ਆਉਂਦੀ। ਸਾਨੂੰ ਤਾਂ ਮਤਲਬ ਅੱਜ ਕੱਲ੍ਹ ਦੀ ਪੀੜ੍ਹੀ ਨੂੰ ਤਾਂ ਦੇਖੋ ਹੀ ਜਾਂਦੀ। ਇੱਕ ਵਿਆਹ ਦੀ ਹਾਂਜੀ ਅਗਲੇ ਜ਼ਮਾਨੇ 'ਚ ਅੱਛਾ ਰਥ ਗੱਡੀਆਂ ਹੁੰਦੀਆਂ ਉਦੋਂ, ਉਹ ਰਾਹ 'ਚ ਤੁਰੇ ਜਾਂਦੇ ਨੇ, ਰਥ 'ਚ ਮੁੰਡਾ ਬੈਠਾ ਹੈ, ਗੱਡਾ ਜਿਹੜੇ ਵਾਧੂ ਬੰਦੇ ਨੇ ਉਹ ਗੱਡੇ 'ਚ ਬਹਿ ਗਏ ਵਿੱਚ, ਵੀ ਉਧਰੋਂ ਸਮਾਨ ਧਰਨਾ ਵਾਲਾ ਠੀਕ ਹੈ ਪੇਟੀ 'ਚ ਹੁੰਦਾ, ਹਾਂਜੀ ਹਾਂਜੀ ਲਿਆਉਣਾ ਪੈਂਦਾ ਸੀ। ਉਹ ਰਾਹ 'ਚ ਜਾਂਦੇ ਜਾਂਦਿਆਂ ਨੂੰ ਮੀਂਹ ਉਤਰ ਪਿਆ। ਅੱਛਾ ਜੀ ਗਾਹਾਂ ਕੋਈ ਕਿਸੇ ਮਾਤਰ ਦਾ ਕੋਠਾ ਸੀਗਾ, ਉਹ ਕੋਠੇ 'ਚ ਕਹਿੰਦੇ ਓਏ ਉਹ ਕੋਠਾ ਖੁੱਲ੍ਹਾ ਹੀ ਆ, ਓਏ ਆਪਾਂ ਉੱਥੇ ਚਲੋ ਭਿੱਜਦੇ ਆ, ਮੀਂਹ ਤਾਂ ਬਹੁਤ ਆ ਕੇ ਜਾਂਦੇ ਕੱਪੜੇ ਭਿੱਜਦੇ। ਉਹਨਾਂ ਨੇ ਪਸ਼ੂ ਛੱਡਤੇ, ਰਥ ਛੱਡਦਾ, ਗੱਡਾ ਜੀ ਛੱਡਤਾ, ਉਹਦੇ ਅੰਦਰ ਵੜ ਗਏ। ਬਿਜਲੀ ਗੜ ਕੇ ਆਵੇ ਬਾਹਰ ਚੋਂ ਮੁੜ ਜਾਏ, ਬਿਜਲੀ ਆਵੇ ਬਾਹਰ ਚੋਂ ਮੁੜ ਗਈ। ਅੱਛਾ ਜੀ ਬਹੁਤ ਜ਼ਿਆਦਾ ਘੋੜੇ। ਕੋਈ ਸਿਆਣਾ ਬੰਦਾ ਵਿੱਚ ਕਹਿੰਦਾ ਹੋਏ, ਕਹਿੰਦਾ ਸਾਲੇ ਕੋਈ ਕਾਰਨ ਹੈ, ਇਹ ਕੋਈ ਕਾਰਨ ਹੈ, ਠੀਕ ਹੁਣ ਹੈ ਆਪਾਂ ਕੀ ਕਰੀਏ? ਫਿਰ ਕਹਿੰਦੇ ਕੀ ਕਰੀਏ? ਕਹਿੰਦਾ ਐਂ ਕਰੋ, ਉਹ ਠੱਡਾ ਕਰ ਲਿਆ ਵੀ ਉੱਥੇ ਸਹੀ ਇੱਕ ਜਾਣਾ ਜਾਓ, ਮੁੜ ਕੇ ਆ ਕੇ ਬਹਿ ਜਾਓ, ਫਿਰ ਦੂਆ ਜਾਓ। ਜਿਵੇਂ ਆਪਾਂ ਹੁਣ ਬੈਠੇ ਹਾਂ, ਆਪਾਂ ਵਾਰੀ ਵਾਰੀ ਜਾਈਏ ਬਾਹਰ ਨੂੰ। ਸਾਰੇ ਬੰਦੇ ਜਾ ਆਏ ਜਿਹੜੇ ਹੈਗੇ ਸੀ, ਅੱਛਾ ਜੀ 15 ਨਹੀਂ 20 ਬੰਦੇ ਤੇ ਹਾਂਜੀ ਗਏ। ਜਦੋਂ ਵਿਆਹਦਰ ਦੀ ਵਾਰੀ ਆ ਗਈ, ਕਹਿੰਦੇ ਚੱਲ ਵੀ ਹੁਣ ਤੇਰੀ ਵਾਰੀ ਆ ਗਈ। ਕਿਸੇ ਦੇ ਬਿਜਲੀ ਨਹੀਂ ਡਿੱਗੀ। ਜਦੋਂ ਗਿਆ ਵਿਆਹਦਰ, ਫੂਕਤਾ ਹੋਈ ਲੈਟ ਨੇ ਉੱਤੋਂ। ਬਿਆਨਦਾਰ ਮਤਲਬ ਕਿਵੇਂ? ਵਿਆਹ ਵਾਲਾ ਜਿਹਨੂੰ ਵਿਆਹੁਣ ਗਏ ਤੇ ਠੀਕ ਹੈ ਜੀ ਜਾਂਦੇ ਤੇ ਵਿਆਹੁਣ ਮੁੰਡੇ ਨੂੰ, ਠੀਕ ਹੈ ਜੀ ਉਹਦਾ ਕਾਲ ਸੀ। ਹਾਂ ਇਹ ਮੈਂ ਤੁਹਾਨੂੰ ਤਾਂ ਪੁੱਛਿਆ, ਬਹੁਤ ਸਾਰੇ ਜਿਹੜੇ ਨੌਜਵਾਨ ਨੇ ਅੱਜ ਕੱਲ੍ਹ ਦੇ ਉਹਨਾਂ ਨੂੰ ਇਹਦਾ ਪਤਾ ਨਹੀਂ ਹੁੰਦਾ ਵੀ ਬਿਆਨਦਾਰ ਕੀ ਹੁੰਦਾ। ਮੈਂ ਤਾਂ ਹੀ ਪੁੱਛਿਆ, ਮੈਨੂੰ ਤਾਂ ਪਤਾ ਐਵੇਂ ਇਸੇ ਕਰਕੇ। ਚਲੋ ਉਹ ਤਾਂ ਠੀਕ ਹੈ ਹਾਂਜੀ ਵੀ ਉਹ ਉੱਥੋਂ ਵਾਪਸ ਮੁੜਿਆ। ਠੀਕ ਹੈ ਜੀ ਕਹਿੰਦੇ ਹੁਣ ਆਪਾਂ ਕੰਮ ਕੀ ਕਰਨਾ? ਅੱਛਾ ਬਾਪੂ ਜੀ ਮੈਂ ਸੁਣਿਆ ਕਹਿੰਦੇ ਵੀ ਤੁਸੀਂ ਹਲੇ ਵੀ ਘੋੜੀ ਤੇ ਬਹਿ ਜਾਂਦੇ ਹੋਗੇ, ਵੀ ਇਹ ਇੰਨਾ ਹੌਸਲਾ ਕਿਵੇਂ, ਇੰਨਾ ਸਰੀਰ ਕਿਵੇਂ ਮਤਲਬ ਆਪਣਾ ਹੌਸਲਾ ਫੜਦਾ ਤੇ ਇੰਨੀ ਉਹ ਖੜੀਆ ਘੋੜੀ ਲਿਆ ਉਹ ਤੇ ਹੁਣ ਬਹਿ ਜਾਂਦੇ ਆ। ਅੱਛਾ ਪਰ ਚੜਾਉਣਾ ਪਊ ਉਹਨੂੰ ਜਾ ਕੇ। ਅੱਛਾ ਵੀ ਡੇਗਣ ਨੂੰ ਤੋਂ ਡਰ ਨਹੀਂ ਲੱਗਦਾ ਤੁਹਾਨੂੰ? ਡਰਦਾ ਮੈਂ ਅੱਗੇ ਬੋਤਿਆਂ ਦੇ ਬਹਿਦੇ ਹੁੰਦੇ, ਅੱਛਾ ਜੀ ਜਿਹੜਾ ਨਹੀਂ ਬੋਤਾ ਬਹਿਦਾ ਸੀ ਉਹ ਵੀ ਮੈਂ ਬਹਾ ਦਿੰਦਾ ਸੀ। ਅੱਛਾ ਬੋਤੇ ਨੂੰ ਤੁਸੀਂ ਬਿਠਾ ਲੈਂਦੇ? ਹਾਂ ਬਹਾ ਦੇ, ਮਤਲਬ ਅੜਬ ਬੋਤਿਆਂ ਨੂੰ ਕੰਟਰੋਲ 'ਚ ਕਰ ਲੈਂਦੇ ਸੀ? ਹਾਂ ਠੀਕ ਹੈ। ਉਹਨਾਂ ਨੂੰ ਕਾਬੂ ਕਰ ਲੈਣਾ ਜਾਣੀ ਇਹ ਖਾਸੀ ਵੱਡੀ ਮੁਹਾਰਤ ਹੁੰਦੀ ਆ। ਇੱਕ ਬੋਤੀ ਹੈ ਜੀ, ਇਹ ਜੀ ਲਿਆਂਦੀ ਮੇਰੇ ਭਾਈ ਨੇ, ਜੇ ਉਹਦੇ ਉੱਤੇ ਬਹਿ ਜਾ ਉੱਠਦੀ ਨਾ। ਅੱਛਾ ਜੀ ਕਿੰਨਾ ਹੀ ਕੁੱਟੀ ਜਾ ਉਹਨੂੰ, ਉੱਤੇ ਬਹਿ ਜਾ, ਇੱਕ ਬਹਿ ਜਾ, ਉਹਨੂੰ ਕਿੰਨਾ ਹੀ ਕੁੱਟੀ ਜਾਂਦੇ ਉੱਠਦੀ ਨਹੀਂ ਸੀ। ਕਹਿੰਦੇ ਵੀ ਇਹਨੇ ਤਾਂ ਵਿਕਣਾ ਵੀ ਨਹੀਂ। ਮੈਂ ਕਿਉਂ? ਕਹਿੰਦੇ ਅਗਲਾ ਦੇਖੂ ਉੱਤੇ ਚੜ੍ਹ ਕੇ, ਇਹਨੇ ਉੱਠਣਾ ਨਹੀਂ। ਮੈਂ ਉੱਠਣਾ ਨਹੀਂ। ਕਹਿੰਦੇ ਹਾਂ ਅਸੀਂ ਖੇਤ ਲੈ ਕੇ ਮਾਰ ਚਲੋ ਲੈ ਚਲੋ। ਬਾਹਿਆ ਵਾ ਬਾਹਣ ਸਾਡਾ 60 ਵਿਗੇ ਤੋਂ। ਮੈਂ ਕਿਹਾ ਮੈਨੂੰ ਬਹਾਓ ਉੱਤੇ। ਕਹਿੰਦੇ ਇਹ ਉੱਠਣਾ ਨਹੀਂ। ਮੈਂ ਤਾਂ ਹੈਗਾ ਤੈਨੂੰ ਕਹਿੰਦਾ ਹਾਂ। ਮੈਂ ਫਾੜੇ ਦੀ ਗੱਲ ਮਹਾਰ ਕਰ ਨੀਵੀਂ, ਉਹਨੇ ਨੀਵੀਂ ਕਰੀ, ਮੈਂ ਗਰਦਨ ਤੇ ਪੈ ਧਰ ਲਿਆ। ਮੈਂ ਚੱਕ ਦੇ ਤਾਂ ਬੂਹੇ ਦਾ, ਉਹਨੇ ਤਾਂ ਚੱਕਦਾ, ਮੈਂ ਹੱਥ ਪਾ ਕੇ ਵੰਡ ਤੋਂ ਦੀ ਮਗਲੇ ਪਾਸੇ ਉੱਤੇ ਬਹਿ ਗਿਆ। ਮੈਂ ਕਿਹਾ ਫੜਾ ਮੈਨੂੰ ਮਹਾਰ ਆਈ। ਮਹਾਰ ਫੜਾ ਦੀ। ਮੈਂ ਕਿਹਾ ਇੱਕ ਡੰਡਾ ਫੜਾ ਮੈਨੂੰ। ਹਾਂਜੀ ਹੱਕੀ ਵੀ 3-4 ਮਾਰੀਆਂ ਛੜੀ ਦੇ ਛੋਟੀਆਂ ਬਾਹੇ ਬਾਹਣ ਬਿਜਲੀ ਭੱਜੀ ਜਾਵੇ। ਉਧਰੋਂ ਜਦ ਮੁੱਕਣ ਲੱਗਿਆ ਬਾਹਣ, ਫੇਰ ਮੋੜ ਲਈ ਵਾਪਸ। ਫੇਰ 6-7 ਗੇੜੇ ਦਿੱਤੇ ਉਹਦੇ ਬਾਹਣ 'ਚ, 60 ਵਿਗੇ ਥਾਂ 'ਚ। ਉੱਠਦਾ ਹੀ ਫਿਰਾਂ ਮਾਰ ਬਹਾ ਲਈ। ਮੈਂ ਹਿੱਚ ਬਹਿ ਗਈ।
ਜਦ ਬੈਠਣ ਲੱਗੀ ਫੇਰ ਡੰਡਾ ਮਾਰਿਆ, ਫੇਰ ਠਾਲੀ, ਫੇਰ ਬਹਾਲੀ, ਫੇਰ ਠਾਲੀ। ਬੋਤੀ ਭੱਜਣ ਲੱਗ ਗਈ ਸੀ। ਜਦ ਬਹਿ ਜਾਂਦੇ ਤੇ ਉਹਦੀ ਛਾਲ ਮਾਰ ਕੇ ਉੱਠਦੀ ਸੀ। ਜਾਨੀ ਚਾਲੂ ਕਰ ਲਈ ਤੁਸੀਂ ਉਹ। ਚਾਲੂ ਕਿਸੇ ਤਰੀਕੇ ਨਾਲ ਚੜਿਆ ਜਾਂਦਾ ਉੱਤੇ। ਸਹੀ, ਠੀਕ ਹੈ ਜੀ, ਗੱਲ ਠੀਕ ਨਹੀਂ ਉਹੀ ਫਿਰ ਬੇਕੀ ਸਾਲੀ ਉੱਤੇ ਚੜ ਕੇ ਹੈ। ਸਾਰਾ ਕੰਮ ਜਿਹੜਾ ਹੈਗਾ ਕਿਸੇ ਚੀਜ਼ ਨੂੰ ਕਾਬੂ ਕਰਨ ਦਾ ਉਹ ਤਕਨੀਕ ਤੇ ਹੀ ਨਿਰਭਰ ਕਰਦਾ। ਇਹ ਤਰੀਕੇ ਨਾਲ ਹੀ ਆਊਗਾ, ਇਹਦੇ ਨਾਲ ਹੁੰਦਾ ਨਹੀਂ। ਜੁਗਤ ਬਣਾਵਾਂਗੇ ਤਾਂ ਕਿਤੇ ਪਹੁੰਚਾਂਗੇ। ਮੈਨੂੰ ਉਹ ਦੱਸੋ, ਜੁਗਤ ਤੋਂ ਬਿਨਾਂ ਤਾਂ ਉਸੋਂ ਗਲਾਸ ਚੱਕ ਕੇ ਵੀ ਨਹੀਂ ਪੀ ਸਕਦਾ ਤੂੰ। ਠੀਕ ਹੈ ਗੱਲ। ਉਹ ਵੀ ਮਾੜਾ ਮੋਟਾ ਹੱਥ ਹਿਲਾਉਣਾ ਪਊਗਾ। ਇਹ ਤਾਂ ਬਿਲਕੁਲ ਸਿੱਧੀ ਸਾਦੀ ਗੱਲਾਂ ਨਾਲੇ। ਹੈਂ? ਇਹ ਤਾਂ ਸਿੱਧੀ ਸਾਦੀ ਗੱਲਾਂ ਹਰੇਕ ਦੇ ਸਮਝਣ ਵਾਲੀ ਆ। ਹਾਂ ਹਾਂਜੀ ਹਾਂਜੀ। ਹਾਂਜੀ। ਤੇ ਉਹ ਆ ਵੀ ਹੋਰ ਬਾਪੂ ਜੀ, ਇਹ ਮੈਨੂੰ ਫਰਕ ਦੱਸੋ ਵੀ ਅੱਜ ਦੀ ਗਰਮੀ ਤੇ ਪਹਿਲੀ ਗਰਮੀ 'ਚ ਤੁਹਾਨੂੰ ਕਿੰਨਾ ਕੁ ਫਰਕ ਲੱਗਦਾ? ਵੀ ਤੁਹਾਡੇ ਸਮੇਂ ਗਰਮੀ ਵੱਧ ਪੈਂਦੀ ਸੀ ਜਾਂ ਅੱਜ ਵੱਧ ਪੈਂਦੀ ਹੈ? ਉਹ ਰੁੱਤਾਂ ਤਾਂ ਉਹੀ ਆਉਂਦੀਆਂ ਨੇ ਬਦਲ ਬਦਲ। ਅੱਛਾ ਅੱਜ ਕੱਲ੍ਹ ਫਲੇ ਚੱਲਦੇ ਹੁੰਦੇ ਜੇਠ ਹਾੜ ਚ। ਅੱਛਾ ਜੀ। ਜੇਠ ਦਾ ਹਾੜ 2 ਮਹੀਨੇ ਫਲੇ ਦਾਣਿਆਂ ਚ ਲੰਘ ਜਾਂਦੇ ਤੇ ਜੱਟਾਂ ਦੇ। ਮਤਲਬ ਇਹ 2 ਮਹੀਨੇ ਖੇਤਾਂ 'ਚ ਹੀ ਫਿਰਦੇ ਨੇ। ਬਾਹਰ ਜਦ ਫਿਰਦੇ ਹੁੰਦੇ ਧੁੱਪੇ ਦਾਣੇ ਕੱਢਦੇ, ਹੁਣ ਤਾਂ ਹੱਥ ਨੂੰ ਘਰੇ ਆ ਜਾਂਦੇ ਨੇ ਦਾਣੇ। ਹਾਂ, ਇਹ ਤਾਂ ਫਿਰ ਉਹ ਮਸ਼ੀਨਾਂ ਨੇ ਸੌਖਾ ਕਰਤਾ ਜੀ। ਉਦੋਂ ਗਾਉਣੀ ਗਾਹ ਸੀ, ਠੀਕ ਹੈ। ਜੇ ਹਵਾ ਚੱਲਦੀ ਹੈ ਤਾਂ ਨਿਕਲਣਗੇ ਦਾਣੇ, ਨਹੀਂ ਨਿਕਲਦੇ ਜੀ ਉਹਨਾਂ ਚਿਰ ਬੈਠਾ ਆ ਚੱਕ ਚੱਲ ਐਂ ਦੇਖਦੇ ਤਾਂ। ਅੱਗੇ ਜਿਹੜੀਆਂ ਦਾ ਇਹ ਖਾਣ ਜੋਗੇ ਦਾਣੇ ਨਹੀਂ ਕਮਾ ਸਕਦੇ ਹੁਣ ਦੇ। ਠੀਕ ਹੈ ਜੀ। ਹੂੰ। ਅੱਛਾ, ਜਿਵੇਂ ਤੁਸੀਂ ਚਲੋ ਇਹ ਆਪਾਂ ਗੱਲ ਕੀਤੀ ਹੈ, ਵਧੀਆ ਤੁਸੀਂ ਦੱਸਿਆ ਇਹ ਵੀ ਪਹਿਲੇ ਸਮੇਂ ਤੇ ਹੁਣ ਦਾ ਫਰਕ ਆ। ਉਦੋਂ ਹੱਥੀਂ ਹੱਡ ਮਿਹਨਤ, ਹੱਡੀ ਭੰਨਵੀਂ, ਜਿਵੇਂ ਆਪਾਂ ਕਹਿੰਦੇ ਹੱਡ ਚੀਰਵੀਂ ਮਿਹਨਤ ਕਰਨੀ ਪੈਂਦੀ ਸੀ। ਅੱਜ ਜਿਵੇਂ ਮਜ਼ਦੂਰੀ ਆ, ਦਿਹਾੜੀ ਹੈਗੀ ਜਾਂ ਪੈਸੇ ਨੇ, ਖਰਚਾ ਜ਼ਿਆਦਾ ਹੋਣ ਲੱਗ ਗਿਆ ਫਸਲ ਦੇ ਉੱਪਰ। ਪਹਿਲੇ ਸਮਿਆਂ ਦੇ ਵਿੱਚ ਜਿਹੜਾ ਬੰਦਾ ਕੋਈ ਮਜ਼ਦੂਰ ਆਉਂਦਾ ਸੀ ਤਾਂ ਉਹਨੂੰ ਕਿੰਨਾ ਕੁ ਮਤਲਬ ਉਹਦੇ ਪੈਸੇ ਦਿੱਤੇ ਜਾਂਦੇ ਸੀਗੇ? ਉਹਦੀ ਦਿਹਾੜੀ ਕੀ ਹੁੰਦੀ ਸੀ? ਦਿਹਾੜੀ ਇੱਕ ਦਵਾਨੀ। ਅੱਛਾ ਜੀ। ਦਵਾਨੀ ਦੇ ਲਾ ਕਿੰਨੇ ਕੁ ਪੈਸੇ ਬਣਦੇ ਨੇ। ਤੇ ਬਾਕੀ ਚੀਜ਼ਾਂ ਵੀ ਫਿਰ ਸਸਤੀਆਂ ਹੀ ਹੋਣਗੀਆਂ ਜਿਵੇਂ ਉਹ ਵੀ ਬਹੁਤ ਕਹਿੰਦਾ ਤੇ ਅਗਲਾ ਕਹਿੰਦਾ ਰੋਟੀ ਟੁੱਕ ਖਾਣਾ ਅਗਲੇ ਦੇ। ਹਾਂਜੀ। 2 ਵਾਰਾਂ ਦਾ ਕੰਮ ਵੀ ਕਰੋ। ਜਿਹੜਾ ਇਹੀ ਦਿਹਾੜੀ ਹੁੰਦੀ, ਪੈਸਾ ਬਣਦਾ ਨਹੀਂ ਸੀ। ਪੈਸਾ ਬਣਦਾ ਨਹੀਂ ਸੀ। ਠੀਕ ਹੈ। ਤੇ ਫਿਰ ਜੇ ਮਤਲਬ ਆਪਾਂ 2 ਆਨਿਆਂ ਦੀ ਗੱਲ ਕਰਦੇ ਹਾਂ ਵੀ ਲੇਬਰ ਵਾਲੇ ਬੰਦੇ ਨੂੰ ਇੱਕ ਮਜ਼ਦੂਰ ਬੰਦੇ ਨੂੰ ਮਜ਼ਦੂਰੀ ਮਿਲਦੀ ਸੀ 2 ਆਨੇ 1 ਦਿਨ ਦੇ ਕੰਮ ਦੀ, ਤਾਂ ਫਿਰ ਜਿਵੇਂ ਜਿਹੜੀਆਂ ਚੀਜ਼ਾਂ ਜ਼ਰੂਰੀ ਖਾਣ ਪੀਣ ਵਾਲੀਆਂ ਨੇ ਉਹ ਵੀ ਤਾਂ ਸਸਤੀਆਂ ਹੋਣਗੀਆਂ ਉਦੋਂ? ਜਿਵੇਂ ਘਿਓ ਵਗੈਰਾ ਕਿਲੋ ਕਿੰਨੇ ਕੁ ਦਾ ਸੀਗਾ? ਘਿਓ ਤਾਂ ਉਦੋਂ ਬਣਾ ਮੂੰਹ ਹੁੰਦਾ। ਅੱਛਾ ਜੀ। ਮੇਰੇ ਕੋਲ ਪੀਪਾ ਭਰਿਆ ਪਿਆ ਹੁੰਦਾ ਘਿਓ, ਹੱਡ ਹੋਏ ਪਏ। ਠੀਕ ਹੈ ਜੀ। ਬੇਗੜਾ ਕੀ ਸੀ 20 ਰੁਪਏ ਕਿਲੋ। ਅੱਛਾ ਜੀ। ਆਹ ਭਾਜੀ ਜਿਵੇਂ ਬਜ਼ੁਰਗੋ ਤੁਸੀਂ ਦੱਸਿਆ ਵੀ 2 ਆਨੇ ਹਾਂ 1 ਦਿਹਾੜੀ ਦੇ ਮਿਲਦੇ ਸੀ, ਫਿਰ ਇਹ ਹਿਸਾਬ ਨਾਲ 1 ਰੁਪਏ ਦੇ 16 ਆਨੇ ਹੁੰਦੇ ਨੇ। 16। ਤੇ ਫਿਰ ਇਹਦੇ ਅੰਦਾਜ਼ੇ ਨਾਲ ਤਾਂ ਇੱਕ ਬੰਦਾ 8 ਦਿਨਾਂ ਦੇ ਵਿੱਚ 1 ਰੁਪਿਆ ਲੈਂਦਾ ਹੋਊਗਾ। ਹਾਂਜੀ 1 ਰੁਪਇਆ ਲੈਂਦਾ 8 ਦਿਨਾਂ ਦਾ। ਉਹ ਵੀ ਹੱਸ ਕੇ ਲੈਂਦਾ ਸੀ ਵੀ ਮੈਂ ਬਹੁਤ ਵੱਟ ਲਿਆ। ਅੱਛਾ ਜੀ। ਹਾਂ, ਪੈਸਾ ਨਹੀਂ ਬਣਦਾ। ਜੇ 8 ਦੇ ਹਿਸਾਬ ਨਾਲ ਲਾਈਏ ਤਾਂ 1 ਮਹੀਨੇ 'ਚ 3-3.5 ਰੁਪਏ ਬਣੇ ਜੇ ਸਾਰਾ ਮਹੀਨਾ ਵੀ ਕੰਮ ਕਰਿਆ। ਹਾਂਜੀ। ਇੱਕ ਬੰਦਾ ਸ਼ਾਮ ਰੋਟੀ ਦੇ ਕੰਮ ਕਰਦਾ ਸੀ ਵਿੱਚ। ਅੱਛਾ ਜੀ। ਦਿਹਾੜੀਆ। ਉਹ ਕਹਿੰਦਾ ਮੈਨੂੰ ਕੁਛ ਬਣਾ ਦਿਓ, ਮੈਂ ਤਾਂ ਰੋਟੀ ਦੇ ਦਿਓ। ਮਤਲਬ ਬੰਦਿਆਂ ਦਾ ਗੁਜ਼ਰ ਬਸਰ ਮਸਾ ਹੁੰਦਾ ਸੀ। ਹਾਂਜੀ। ਫਿਰ ਘਰੇ ਜਵਾਕਾਂ ਨੂੰ ਵੀ ਲੈ ਜਾਣਾ, ਕੀ ਜਾਊਗਾ ਕੀ ਉਹ 2 ਆਨਿਆਂ ਨੂੰ ਕਿੰਨੀ ਕੁ ਬੱਚਤ ਕਰਕੇ ਤੂੰ ਰੱਖ ਲੇਗਾ, ਕਿੰਨਾ ਕੁ ਤੂੰ ਸਨਮਾਨ ਦੇਵੇਗਾ ਘਰੇ। ਹਾਂਜੀ, ਇਹ ਤਾਂ ਗੱਲ ਥੋੜੀ ਠੀਕ ਵੀ ਉਸੇ ਥੋੜੀ ਤੋਂ ਥੋੜੀ ਆਮਦਨ ਦੇ ਵਿੱਚੋਂ ਵੀ ਗੁਜ਼ਾਰਾ ਕਰਨਾ ਔਖਾ ਸੀ। ਔਖਾ ਬਹੁਤ ਸੀ। ਹਾਂਜੀ। ਅੱਗੇ ਔਖਾ ਬਾਹਲਾ ਸੀ। ਤੇ ਅੱਜ ਕੱਲ੍ਹ ਦੇ ਬੱਚੇ ਨੇ ਕੋਈ ਪੜ੍ਹਨ ਦਾ ਤਜਰਬਾ ਰੱਖਦਾ, ਤੁਹਾਨੂੰ ਬਲਦਾਂ ਦੀ ਬਹੁਤ ਸਮਝ ਸੀਗੀ, ਬਹੁਤ ਵਧੀਆ ਤਜਰਬਾ। ਹਾਂ, ਮੇਰਾ ਪੋਤਾ ਹੁਣ ਕਹਿੰਦਾ ਵੱਡਾ ਕਹਿੰਦਾ ਵੱਡਾ ਹੈਗਾ ਬੜਾ ਸ਼ੌਕੀਨ ਹੈ ਬਲਦਾਂ ਦਾ। ਮੈਂ ਕਿਹਾ ਤੂੰ ਘੋੜੀਆਂ ਦਾ ਸ਼ੌਕੀਨ ਬਣ ਕੇ ਦਿਖਾ ਦੇ ਮੈਨੂੰ। ਠੀਕ ਹੈ। ਅੱਛਾ, ਇਹ ਜਿਹੜੀ ਘੋੜੀ ਰੱਖੀ ਹੋਈ ਆ ਮਤਲਬ ਇਹ ਤੁਹਾਡੇ ਪੋਤੇ ਦੀ ਰੱਖੀ ਹੋਈ ਆ? ਹਾਂ, ਇਹਦਾ ਸ਼ੌਕ ਆ? ਇਹ ਸ਼ੌਕ ਆ ਆਪਾਂ ਨੂੰ। ਅੱਛਾ, ਫਿਰ ਦਾਦੇ ਨੂੰ ਪੋਤਾ ਹੀ ਬਿਠਾਉਂਦਾ ਫਿਰ ਘੋੜੀ ਦੇ ਉੱਤੇ? ਦਾਦੇ ਨੂੰ ਆਹ ਪੋਤਾ ਹੀ ਘੋੜੀ ਦੇ ਉੱਤੇ ਬਿਠਾਉਂਦਾ? ਹਾਂ, ਇਸ ਨੇ ਮੱਲੇ ਮੱਲੀ ਕਾਠੀ ਪਾ ਕੇ ਮੈਂ ਤਾਂ ਚੜ੍ਹਦਾ ਨਹੀਂ ਸੀ ਫੇਰ ਵੀ। ਹਾਂਜੀ। ਮੈਂ ਬੈਠੀਆਂ ਚੜ੍ਹਿਆ ਜਾਂਦਾ, ਸਾਡੇ ਚੱਕ ਕੇ ਉੱਤੇ ਬਹਾਤਾ। ਨਾ ਫਿਰ ਹੁਣ ਦੇਖੋ, ਨਹੀਂ ਅਗਲਾ ਕਹਿੰਦਾ ਹੁੰਦਾ ਵੀ ਦਾਦਾ ਬਜ਼ੁਰਗ ਆ,
ਵੀ ਇਹ ਨਹੀਂ ਪਤਾ ਦਾਦਾ ਡਿੱਗ ਪਏ ਹੋਰ ਆ, ਉਹਨੂੰ ਵੀ ਮਾਣ ਆ ਤੁਹਾਡੇ ਵਾਂਗੂ, ਜਿਵੇਂ ਤੁਹਾਨੂੰ ਆਪਦੇ ਬਲਦਾਂ ਦੇ ਮਾਣ ਸੀ ਉਹਨੂੰ ਦਾਦੇ ਦੇ ਮਾਣ ਆ ਵੀ ਦਾਦਾ ਮੇਰਾ ਕੈੜਾ ਗਾ, ਕਾਇਮ ਆ, ਇਹਨੂੰ ਕੁਝ ਨਹੀਂ ਹੁੰਦਾ ਹੈਗਾ। ਇਹਦੇ ਬਾਰੇ ਤੁਹਾਡਾ ਕੀ ਖਿਆਲ ਆ? ਡਿੱਗਿਆ ਤਾਂ ਬਾਹਲੇ ਬਣੀ ਜਾਂਦਾ ਨਾ, ਅੱਛਾ ਜੀ। ਮੇਰਾ ਅੜਕ ਕੇ ਇੱਥੇ ਅੜਕ ਕੇ ਮੋਢਾ ਟੁੱਟ ਗਿਆ ਸੀ। ਠੀਕ ਹੈ। ਹਾਂ ਠੀਕ ਹੈ। ਬਾਕੀ ਦਾ ਸਰੀਰ ਪੂਰਾ ਤੰਦਰੁਸਤ ਆ? ਹਾਂਜੀ। ਅੱਛਾ, ਉਹ ਨਹੀਂ ਕੋਈ ਪਰੇਸ਼ਾਨੀ ਹੈਗੀ ਤੁਹਾਨੂੰ? ਨਾ। ਠੀਕ ਹੈ। ਸਵੇਰੇ ਬਾਪੂ ਜੀ ਫਿਰ ਕਿੰਨੇ ਵਜੇ ਉੱਠਦੇ ਹੋ ਤੇ ਸ਼ਾਮ ਨੂੰ ਕਿੰਨੇ ਵਜੇ ਪੈ ਜਾਂਦੇ ਹੋ? ਹੁਣ ਤਾਂ ਵਿਹਲੇ ਆ, ਪਰ ਪਿਆ ਵਰਗੇ ਹੈਗੇ ਆ। ਅੱਛਾ। ਹਾਂ, ਪਹਿਲੇ ਸਮੇਂ 'ਚ ਤਾਂ ਜਿਵੇਂ ਹੁਣ ਤੁਸੀਂ ਕਹਿੰਦੇ ਹੋ ਕੰਮ ਕਰਦੇ ਸਾਜਰੇ ਜਾਂਦੇ ਸੀਗੇ, ਉਹ ਤਾਂ ਬਹੁਤ ਸਾਜਰੇ ਉੱਠ ਖੜਦੇ ਹੋਣਗੇ। ਉਦੋਂ ਮੈਨੂੰ ਕਦੇ ਕਿਸੇ ਨੇ ਆ ਕੇ ਗਾਠ ਦੇ ਬੈਠਾ, ਮੈਨੂੰ ਕਦੇ ਕਿਸੇ ਘਰ ਦੇ ਨਾਲ ਕਦੇ ਨਹੀਂ ਪੁੱਛਿਆ ਬਈ ਤੈਂ ਜਾਣਾ ਬਾਹਰ ਨੂੰ, ਉੱਠ ਖੜ। ਆਪ ਉੱਠਣਾ, ਆਪਦੀ ਆਪੇ ਚਾਹ ਕਰਕੇ ਬਾਬਾ ਨੂੰ ਐਂ ਕਹਿੰਦਾ ਵੀ ਬਾਹਰ ਡਾਲਾ। ਮੈਂ ਚੱਲਿਆ, ਆ ਜੋੜਨਾ ਖੂਹ ਜੋੜਨਾ, ਅੱਧੀ ਦੀ ਰਾਤੋਂ ਤੁਰ ਜਾਂਦੇ ਤੇ ਕੰਮ ਵੀ ਤਾਂ ਹੀ ਬਣਦਾ ਸੀ। ਠੀਕ ਹੈ ਜੀ। ਅੱਛਾ ਬਾਪੂ ਜੀ, ਜਿਵੇਂ ਜਿਹੜੀਆਂ ਕਮਾਈਆਂ ਕੀਤੀਆਂ, ਖੇਤ ਦੇ ਵਿੱਚ ਕੰਮ ਕੀਤਾ ਗਾ, ਉਹ ਸਾਂਝੇ ਪਰਿਵਾਰ ਦੇ ਵੇਲੇ ਦੀ ਗੱਲਬਾਤ ਆ ਜਾਂ ਪਰਿਵਾਰ ਜਿਵੇਂ ਅਲੱਗ-ਅਲੱਗ ਹੁਣ ਚਲੋ ਛੋਟੇ ਪਰਿਵਾਰ ਹੋ ਗਏ, ਭਰਾ ਨੇ ਅੱਡ ਹੋ ਜਾਂਦੇ ਨੇ? ਲੱਗ ਹੋ ਕੇ। ਹਾਂ, ਲੱਗ ਹੋ ਕੇ ਜ਼ਿਆਦਾ ਕਰਿਆ। ਅੱਛਾ ਜੀ। ਤੇ ਇਹ ਕਿੰਨੇ ਕੁ ਮਤਲਬ ਜੇ ਆਪਾਂ ਦੇਖੀਏ ਵੀ ਫਸਲ ਆਪਣੀ ਕਿੰਨੀ ਕੁ ਹੋ ਜਾਂਦੀ ਸੀ ਉਹਨਾਂ ਸਮਿਆਂ ਦੇ ਵਿੱਚ? ਉਹਨਾਂ ਨੇ ਮੈਂ 50 ਮਣ ਕਣਕ ਲੈ ਕੇ ਗਿਆ। ਅੱਛਾ। ਰੇੜੀ ਰੁਪਈਆ 500 ਲਾਲਾ ਸਾਹਿਬ। ਅੱਛਾ। 50 ਮਣ ਕਣਕ ਰੁਪਈਆ 500। 50 ਮਣ ਕਣਕ ਦਾ 500 ਉਹਦਾ ਆਹੇ ਜੇ ਸਮੇਂ 20 ਕੁਆਂਟਲ, ਜਾਨੀ 50 ਮਣ ਦੇ 20 ਕੁਆਂਟਲ ਬਣ ਗਏ। 40 ਕਿਲੋ ਦਾ ਇੱਕ ਮਣ ਹੁੰਦਾ। ਹਾਂ, ਤਾਂ 20 ਕੁਆਂਟਲ ਸਿਰਫ 500 ਰੁਪਏ। ਹਾਂ। ਠੀਕ ਫਿਰ ਇਹਨਾਂ ਦੇ ਕੀ ਬਚਤ ਤੇ ਅੱਜ ਨਹੀਂ। ਇੱਕ ਕੁਆਂਟਲ 2000 ਦਾ ਹੈਗਾ, 2000 ਤੋਂ ਉੱਪਰ ਹੈ। ਫਿਰ ਮੈਂ ਇਹ ਵੀ ਇਹ ਜਿਹੜੀ 50 ਮਣ ਕਣਕ ਤੁਸੀਂ ਲੈ ਕੇ ਆਓ, ਇੱਕੋ ਹੀ ਰੇੜੀ ਤੇ ਲੈ ਕੇ ਗਏ ਸੀ? ਹਾਂ ਜੀ, ਇੱਕ ਬਹੁਤ ਵਜਨ ਲੈ ਗਏ, ਫਿਰ ਵੀ ਤੁਸੀਂ ਇੰਨਾ ਚੱਕੇ? 50 ਮਣ ਦਾ ਕੋਈ ਗੱਲ ਹੀ ਨਹੀਂ। ਤੇ ਇਹ ਕਿੱਥੇ ਲੈ ਕੇ ਜਾਂਦੇ ਹੁੰਦੇ ਸੀ? ਨੇੜੇ ਆਪਣੇ ਧੂਰੀ ਮੰਡੀ ਦੇ ਵਿੱਚ? ਰੇਤੇ ਦੇ ਵਿੱਚ ਦੀ, ਰੇਤੇ ਦੇ ਰਾਹ ਹੁੰਦੇ ਨੇ। ਅੱਛਾ ਜੀ। ਹੁਣ ਤਾਂ ਸੜਕਾਂ ਨੇ। ਹਾਂ, ਉਦੋਂ ਕੱਚੇ ਰਸਤੇ ਸੀ। ਕੱਚੇ ਰਾਹ। ਅੱਛਾ ਬਾਪੂ ਜੀ, ਕੋਈ ਹੋਰ ਗੱਲਬਾਤ ਯਾਦ ਹੋਵੇ ਜਿਹੜੀ ਪੁਰਾਣੀ, ਕੋਈ ਘਟਨਾ, ਕੋਈ ਦੋਸਤ ਮਿੱਤਰਾਂ ਨਾਲ ਕਰਦੇ ਚੌੜ, ਜਿਵੇਂ ਹੁਣ ਅੱਜ ਕੱਲ੍ਹ ਆਪਾਂ ਮਸਤੀ ਕਰਦੇ ਹਾਂ, ਉਦੋਂ ਤੁਸੀਂ ਕੋਈ ਮਸਤੀ ਕੀਤੀ ਹੋਵੇ ਇਹੀ ਜਿਹੀ ਜਿਹਦੇ ਵਿੱਚ ਖਾਸੇ ਗਾਲਾਂ ਘਰੋਂ ਪਈਆਂ ਹੋਣ? ਆਪਾਂ ਮੁੰਡਿਆਂ 'ਚ ਬੜੇ ਨਹੀਂ। ਅੱਛਾ। ਨਹੀਂ, ਕਦੇ ਮਾੜੇ ਮੋਟੇ ਦਾ ਗਾਲਾਂ ਪਈਆਂ ਹੋਣਗੀਆਂ? ਉਹ ਤਾਂ ਮਾੜੀ ਮੋਟੇ ਹੁੰਦੀਆਂ ਜੀ। ਅੱਛਾ। ਕਦੇ ਕੋਈ ਸ਼ਰਾਰਤ ਕਰੀ ਹੋਵੇ? ਵੀ ਹੋ ਜਾਂਦੇ ਨੇ ਬੜੇ ਮੋਟੇ। ਨਾ ਹੁਣ ਤੁਸੀਂ ਕੈਮਰੇ ਸਾਹਮਣੇ ਨਹੀਂ ਦੱਸਣਾ ਵੀ ਚਾਹੁੰਦੇ? ਨਾ ਨਾ। ਇੱਕ ਬਜ਼ੁਰਗ ਮੈਨੂੰ ਇਹ ਵੀ ਦੱਸਿਓ ਵੀ ਜਿਵੇਂ ਤੁਸੀਂ ਪਹਿਲਾਂ ਲੰਬੇ ਪੈਂਡੇ ਤੇ ਤੁਰ ਕੇ ਜਾਂਦੇ ਸੀਗੇ, ਤਾਂ ਉਸ ਸਮੇਂ ਰਾਸਤੇ ਦੇ ਵਿੱਚ ਕਿਤੇ ਕਈ ਵਾਰ ਬੰਦੇ ਨੂੰ ਵੇਲਾ ਕੁਵੇਲਾ ਹੋ ਗਿਆ, ਰਾਹ 'ਚ ਰੁਕਣਾ ਪੈ ਜਾਂਦਾ ਸੀ, ਫਿਰ ਕੀ ਉਦੋਂ ਅੱਜ ਵਾਂਗੂ ਕਿਤੇ ਨਾ ਕਿਤੇ ਕੋਈ ਟਿਕਾਣੇ ਬਣੇ ਹੋਏ ਸੀ, ਕੋਈ ਸੁਣਾ ਜਾਂ ਕੁਛ ਹੋਰ, ਜਾਂ ਕਿਸੇ ਦੇ ਰਿਸ਼ਤੇਦਾਰ ਦੇ ਘਰ ਰੁਕਦੇ ਸੀ, ਜਾਂ ਕਿਸੇ ਓਪਰੇ ਬੰਦੇ ਤੋਂ ਵੀ ਕੋਈ ਆਪਾਂ ਆਸਰਾ ਲੈ ਸਕਦੇ ਸੀ? ਕਿਹੋ ਜਿਹਾ ਉਦੋਂ ਮਾਹੌਲ ਸੀਗਾ? ਕਿਵੇਂ ਲੋਕ? ਮੇਰੀ ਗੱਲ ਸੁਣ, ਇਸੇ ਰਾਮਪੁਰੇ ਆ ਰਿਹਾ ਮੈਂ ਬਲਦ ਲੈ ਕੇ। ਅੱਛਾ ਜੀ। ਆ ਗਿਆ ਮੈਂ, ਖੁੱਡੀ ਆ ਗਿਆ। ਆਹ ਵੀ ਬਲਦ ਡਰਦਾ ਹੈ, ਕਿਤੇ ਸਾਰਾ ਜੇ ਛੁਡਾ ਗਿਆ ਰਸਾ ਭੱਜ ਨਾ ਜਾਵੇ, ਜੇ ਡਰ ਗਿਆ ਕਾਸੇ ਤੋਂ। ਇੱਥੇ ਆਇਆ ਖੁੱਡੀ, ਗੁਰਦੁਆਰੇ ਮੈਂ ਜਾਂਦੀ ਸੀ, ਰਾਹ ਜਾ ਡੰਡੀ ਜੀ, ਮੈਂ ਉਹ ਡੰਡੀ ਮੋੜਤਾ ਬਹੁਤ। ਉੱਥੇ ਦੀਵਾ ਮੱਚਦਾ ਸੀ। ਅੱਛਾ। ਦੀਵਾ ਮੱਚੇ, ਉਦੋਂ ਲਾਈਟਾਂ ਹੈ ਨਹੀਂ ਥੀਆਂ। ਦੀਵਾ ਮੱਚੇ, ਉੱਤੇ ਭੱਜ ਕੇ ਪਏ ਗੁਰਦੁਆਰਿਆਂ 'ਚ। ਅੱਛਾ। ਵੀ ਪਸ਼ੂ ਹੁੰਦਾ ਹੈ। ਹਾਂਜੀ। ਸਿੱਖ ਬੋਲਿਆ, ਕਹਿੰਦਾ ਕੌਣ ਆ ਭਾਈ? ਮਹਾਂ ਭਾਈ ਮੈਂ ਰਾਹੀ, ਪਿੰਡ 'ਚ ਨਹੀਂ ਜਾਣਾ, ਮੈਨੂੰ ਰਾਹ ਦਾ ਨਹੀਂ ਪਤਾ ਲੱਗਿਆ। ਕਹਿੰਦਾ ਬਸ ਆ ਕੀਲਾ ਕੀ ਆ ਦੂਰ? ਕਹਿੰਦਾ ਮੂਹਰੇ ਰਾਹ ਆ ਗਿਆ। ਮੈਂ ਠੀਕ ਹੈ, ਮੈਂ ਨਾ ਗਿਆ। ਗਾਹਾਂ ਜਦ ਗਿਆ, ਹਨੇਰਾ ਹੋਇਆ ਵਾ ਖਾਸ਼ਾ। ਬੱਕਰੀਆਂ ਵਾਲੇ ਬਾੜੇ ਕੋਲੇ ਖੜੇ, ਆਪਦੇ ਬੱਕਰੀਆਂ ਕੋਲੇ ਬਾੜੇ 'ਚ। ਤਾਂ ਵੀ ਸਤਿ ਸ੍ਰੀ ਅਕਾਲ ਕਹਿੰਦੇ, ਸਤਿ ਸ੍ਰੀ ਅਕਾਲ। ਮੈਂ ਭਾਈ ਮੇਰਾ ਬਲਦ ਬਣਾਓ ਕਿਸੇ ਪਸ਼ੂਆਂ ਵਾਲੇ ਕੋਲ, ਥੱਲੇ ਨਹੀਂ ਬੰਨਣਾ ਵੀ ਸੈਕੜ ਨਾ ਖੜਿਆ ਕਰਨਾ। ਕਹਿੰਦੇ ਵੀ ਮਹਾਂਗੇ ਜਾਣੇਦਾਰ
ਖੁੱਲਾ ਥਾਂ ਹੋਵੇ ਉੱਥੇ ਬੰਨ੍ਹਦੀ। ਇੱਕ ਕਹਿੰਦਾ ਉਹ ਕਹਿੰਦਾ ਮੈਂ ਦੱਸਦਾ ਤੈਨੂੰ, ਕਹਿੰਦਾ ਹਾਂ, ਕਹਿੰਦਾ ਉਹ ਫਲਾਨੇ ਦੇ ਬਾਹਮਣਾ ਦਾ ਘਰ ਸੀ। ਅੱਛਾ ਜੀ। ਉਹ ਮੁੰਡਾ ਹੇੜਾਂ ਲਿਆਉਂਦਾ ਹੁੰਦਾ ਮੰਡੀਆਂ ਤੋਂ, ਵੇਚ ਕੇ ਆਉਂਦਾ, ਲੈ ਆਉਂਦਾ ਹੋਰ ਵੇਚ ਜੀ ਤੋਂ। ਕਿਹੜਾ ਮਤਲਬ? ਹੇੜਾਂ ਬਈ ਲਿਆ ਵੇਚੀ ਜਾਂਦਾ ਪਸ਼ੂ, ਇਕੱਠੇ ਪਸ਼ੂ ਲੈ ਕੇ ਆਉਂਦੇ? ਹਾਂ। ਹਾਂਜੀ। ਉਹ ਬੱਕਰੀਆਂ ਵਾਲਾ ਨਾਲ ਆ ਗਿਆ, ਕਹਿੰਦਾ ਵੀ ਆਹ ਲਾਣੇਦਾਰ ਦਾ ਬਾਹਰ ਲੱਗਣਾ। ਇੱਕ ਮੁੰਡਾ ਜਿਹਾ ਕਹਿੰਦਾ ਭਾਈ ਇੱਥੇ ਸੌਣ ਦਾ ਥੋੜਾ ਹੀ ਆ। ਉਹ ਮੁੰਡਾ ਖਾਂਦਾ ਤੇ ਰੋਟੀ ਐ ਬੈਠਾ, ਉਹਨੂੰ ਸੁਣ ਗਿਆ। ਉਹ ਕਹਿੰਦਾ ਕੀ ਹੋ ਗਿਆ? ਉਹਨੂੰ ਮੁੰਡੇ ਨੂੰ ਕਹਿੰਦਾ, ਪਿੰਡ ਵਾਲੇ ਨੂੰ ਕਹਿੰਦਾ ਮੈਂ ਆਉਣਾ। ਰੋਟੀ ਉਹਦੇ ਹੱਥ ਤੇ, ਵਿਚਾਰੇ ਦੇ ਥਾਲੀ ਰੋਟੀ ਉਹਦੇ ਖਾਂਦਾ ਤੁਰਿਆ। ਕਹਿੰਦਾ ਹਾਂਜੀ, ਕਹਿੰਦਾ ਬਹੁਤ ਕਾਤਰਾਂ ਦਾ ਜ਼ਿਮੀਦਾਰ ਆ, ਬਹੁਤ ਵਧਣ ਪਸ਼ੂਆਂ ਦੇ ਕੋਲ ਮੰਡੀ ਤੋਂ ਆਇਆ। ਕਹਿੰਦਾ ਬਹੁਤ ਇੱਥੇ ਖੁਰਲੀ 'ਚ ਬੰਨ੍ਹਤਾ, ਪੈੜ ਸੀ ਬਲਦਾਂ ਵਾਲੀ ਮਸ਼ੀਨ ਲਾਈ ਵੀ ਉਹਦਾ ਟੋਕਾ ਕਰਨ ਨੂੰ। ਉਹ 'ਤੇ ਮੰਜਾ ਸ਼ੀਰੀ ਨੂੰ ਕਹਿੰਦਾ ਮੰਜਾ ਡਾ ਦੇ ਸੀ। ਮੰਜਾ ਡਾਹਤਾ, ਉਹਨੂੰ ਕਹਾਂ ਪਹਿਲਾਂ ਬਲਦਾਂ ਨੂੰ ਕੱਖ ਪਾ, 2 ਟੋਕਰੇ ਮਾਰੇ ਨੇ ਚੱਕ ਕੇ ਭਰ ਕੇ। ਮੰਜਾ ਡਾਹਤਾ, ਮੁੰਡਾ ਪਾਣੀ ਚੱਕੀ ਆਵੇ, ਕਹਿੰਦਾ ਲਓ ਜੀ ਨਹਾਉਣਾ ਦਾ ਨਹਾ ਲਓ, ਹੱਥ ਪੈਰ ਧੋਣੇ ਨਾਲ ਹੱਥ ਪੈਰ। ਚੱਲ ਮੈਂ ਹੱਥ ਪੈਰ ਹੀ ਧੋ, ਮੈਂ ਹੱਥ ਪੈਰ ਧੋ ਕੇ ਹਟਿਆ, ਜੇ ਬੈਠੇ ਜਾਂ ਮੰਜੇ 'ਤੇ ਫਿਰ ਰੋਟੀ ਚੱਕੀ ਆ ਗਈ। ਫਿਰ ਰੋਟੀ ਖਾ ਲਈ, ਰੋਟੀ ਖਾ ਲਈ, ਫਿਰ ਕੱਪੜੇ ਚੱਕ ਲਿਆ, ਕਹਿੰਦਾ ਲਓ ਜੀ ਆ ਵਿਛਾ ਕੇ ਪੈ ਜਾਓ। ਚੱਕੇ ਤੜਕੇ 4 ਵਜੇ ਅੱਖ ਖੁੱਲੀ, ਮਸਾਲੇ ਵੀ ਨਹਾਉਣਾ ਤਾਂ ਚੰਗਿਆ, ਮੈਂ ਹੁਣ ਆਪਦੀ ਬਾਟ ਕੱਢਦਾ। ਅੜਿਆ ਆ ਕੇ ਕੈਂਚੀਆਂ 'ਤੇ ਚਾਹ ਪੀਤੀ, ਉਸੇ ਦਿਨਾਂ ਚਾਹ ਪੀਤੀ ਰੱਖ ਲਿਆ। ਜਿਵੇਂ ਤੁਸੀਂ ਦੱਸਿਆ ਵੀ ਅਣਜਾਣ ਪਰਿਵਾਰ ਦੇ ਵਿੱਚ ਦੇਖੋ ਪਹਿਲਾਂ ਭਾਈਚਾਰਕ ਸਾਂਝ ਸੀ, ਤਾਂ ਹੀ ਮਤਲਬ ਕਿਸੇ ਨੇ ਆਪਾਂ ਨੂੰ ਟਿਕਾਣਾ ਦੇ ਦਿੱਤਾ। ਹਾਂ, ਹੁਣ ਅੱਜ ਦੇ ਸਮੇਂ ਤਾਂ ਆਪਾਂ ਵਿਸ਼ਵਾਸ ਹੀ ਨਹੀਂ ਕਰਦੇ ਕਿਸੇ ਤੇ। ਆਪਾਂ ਇਹੋ ਸੀ ਨਾ, ਆਪਾਂ ਇਹਨੂੰ ਕਹਿਣਾ ਕੋਈ ਲਾਣੇਦਾਰ ਹੋਵੇ, ਕੋਈ ਐ ਨਾ ਹੋਵੇ ਇਕੱਲਾ ਹੀ ਪਿਆ ਹੋਵੇ, ਹਾਂਜੀ। ਕੋਈ ਹੋਵੇ ਨਾ ਪਸ਼ੂਆਂ ਕੋਲੇ, ਉੱਥੇ ਬਣਾ ਦੇ ਉੱਥੇ ਨਹੀਂ। ਠੀਕ ਹੈ। ਮਤਲਬ ਵੱਡੀ ਗੱਲ ਇਹ ਹੈ ਵੀ ਪਹਿਲੇ ਸਮੇਂ 'ਚ ਆਪਸੀ ਭਾਈਚਾਰਾ ਸੀ, ਉਹਦੇ ਕਰਕੇ ਹਰੇਕ ਬੰਦੇ ਤੇ ਯਕੀਨ ਕੀਤਾ ਜਾਂਦਾ। ਮਾਣ ਸੀ। ਹਾਂਜੀ ਹਾਂ, ਮਾਣ ਕਰਦੇ ਤੇ ਮਾਣ ਕਰਦੇ ਸੀ। ਹਾਂ, ਬੇਈਮਾਨੀ ਹੈ ਨਹੀਂ ਸੀ। ਹਾਂਜੀ ਹਾਂਜੀ। ਹੁਣ ਤਾਂ ਪੂਰਾ ਜਵਾਕਾਂ 'ਚ ਬੇਈਮਾਨੀ ਹੋਈ। ਬਿਲਕੁਲ। ਅੱਛਾ ਬਾਪੂ ਜੀ, ਜਿਵੇਂ ਤੁਸੀਂ ਬਲਦਾਂ ਦੀਆਂ ਜੋੜੀਆਂ ਵਰਤੀਆਂ ਨੇ, ਤੁਹਾਡੇ ਹਿਸਾਬ ਨਾਲ ਜਿਹੜੀ ਤੁਸੀਂ ਜੋੜੀ ਘਰ ਪਾਲੀ ਸੀ ਉਹ ਸਭ ਤੋਂ ਵਧੀਆ ਸੀ, ਜਾਂ ਉਦੋਂ ਪਹਿਲਾਂ ਕੋਈ ਬਲਦ ਦੇ ਤੁਹਾਨੂੰ ਕਿਸ ਤੇ ਵੱਧ ਮਾਣ ਸੀ? ਮਾਣ ਤਾਂ ਬਥੇਰਾ ਸੀ, ਉਹ ਤਾਂ ਜਿਹੜੀ ਹੱਥੀਂ ਪਾਲੇ ਤੇ। ਅੱਛਾ। ਘਰ ਦਾ ਬੱਚਾ ਸੀ ਇੱਕ ਮੈਂ ਲੈ ਲਿਆ ਸੀ। ਠੀਕ ਹੈ। ਉਹ ਕਿਹੜੀ ਨਸਲ ਸੀ ਬਲਦਾਂ ਦੀ, ਕੁਛ ਉਹਦੇ ਬਾਰੇ ਜਾਣਕਾਰੀ ਹੋਵੇ? ਇਹ ਲਿਆ ਮੈਂ, ਮੇਰੇ ਕੋਲ ਆਰਸੀ ਪਈ ਸੀ ਮਣ ਪੱਕੀ। ਅੱਛਾ ਜੀ। 2 ਬੋਰੀਆਂ ਸਿੱਟ ਲੀਆਂ। ਮੇਰਾ ਭਾਈ ਕਹਿੰਦਾ ਓਏ ਆ ਦੂਆ ਬਾਅਦ ਮੈਂ ਵੇਚਤਾ ਕਰਾਂ, ਮੈਂ ਕਹਿੰਦਾ ਆ ਲੈ ਲੈ। ਮੈਂ ਉਹ ਮੈਂ 4 ਕੁ ਦਿਨਾਂ ਮਗਰੋਂ ਉਹ ਕਿਹੜਾ ਮੁੱਲ ਲਿਆ ਸੀ ਉਹ ਲੈ ਲਿਆ। ਮੈਂ ਖੇਤ ਨੂੰ ਲੈ ਗਿਆ ਬੰਨ੍ਹ ਕੇ ਜੋਟਾ ਕਰਕੇ। ਮੈਨੂੰ ਕਹਿੰਦਾ ਲੈਣਾ ਜਾ ਇੱਕ ਹੋਰ ਕੀ ਫਿਰਦਾ ਹੈ। ਮੈਂ ਕਿਹਾ ਹਾਂ। ਕਹਿੰਦਾ ਨਾ ਇਹ ਵਿਗਣ, ਨਾ ਇਹ ਚੱਲਣ, ਨਾ ਇਹ ਵਧਣ, ਇਹ ਨਹੀਂ ਚੱਲਦੇ ਕੰਮ ਦੇ। ਮੈਂ ਕਿਹਾ ਵਧਣਗੇ ਵੀ, ਚੱਲਣਗੇ ਵੀ, ਵਿਕਣਗੇ ਵੀ, ਸਭ ਕੁਛ ਕਰਨਗੇ। ਮੈਨੂੰ ਆਇਆ ਹਰਖ ਇੱਕ ਭਾਈ ਨੇ ਆਏ ਕਿਉਂ ਕਿਹਾ ਜੀ। ਕਾਊਂਟਰ ਦੀਆਂ 2 ਬੋਰੀਆਂ ਛੱਟੀਆਂ ਸੀ ਦੋੜੇ ਤੇ, ਉੱਤੇ ਮਾਰੀ ਗੱਲ ਸੀ ਮਣ ਪੱਕੀ। 2 ਵਾਰੀ ਕਹੀ ਨਾ ਵੱਢੀ, 2 ਵੱਢ ਕੇ ਫਿਰ ਹੱਥਾਂ ਨਾਲ ਕਰੇ ਦਿੰਦੇ ਤੇ ਸਮਾਰ ਕੇ ਦਾਣਾ ਰਲਾ ਸਕਦੇ। ਜਿਵੇਂ ਸਦੀ ਰੋਦੇ ਆ। ਹਾਂਜੀ। ਦਾਣੇ ਰਲ ਕੇ ਦਾਣੇ 'ਚ ਸਾਰੇ ਮਿਕਸ ਹੋ ਗਿਆ। 3 ਬੋਰੀਆਂ 'ਚ ਪਾ ਲਿਆ ਕਾਊਂਟਰ ਵਾਲੀਆਂ, 2 ਮਣ ਪੱਕੀ। ਅੱਡੇ ਦੀ ਮਸ਼ੀਨ ਆਪੇ ਮੈਂ ਇੱਥੋਂ ਬੋਰੀ ਚੁਕਾਵਾਂ, ਮਸ਼ੀਨ 'ਤੇ ਧਰਿਆ, ਮੁੜ ਕੇ ਦੂਜੀ ਲੈ ਗਿਆ, 2 ਧਰਿਆ, ਤੀਜੀ ਫੇਰ ਲੈ ਗਿਆ। ਉਹ ਵੀ 3 ਪਿਆ ਗਿਆ ਪਿੱਛੇ ਪਿਆ ਕੇ ਹੱਥਾਂ ਨੂੰ ਘਰੇ ਮਾਰੀ। ਮੈਂ ਫਿਰ ਪਿੰਨੀਆਂ ਬੜ ਬਹਿ ਜਾ ਕਰਾਂ ਖੁੱਲੀ ਜਾ, ਪਿੰਨੀਆਂ ਮੂਹਰੇ ਧਰੀ,
कली कली किने धरी जाओ खाई जाओ पाले थे घरे पाल के फिर जोड़न लगे थे उन्होंने पलटाए थे ऐ पाले थे भाई ठीक है। पुस्ता वांगू पाले थे अच्छा ਜਿਹੜਾ ਕਹਿੰਦਾ ਸੀਗਾ ਇਹ ਨਾ ਡਿੱਗਣ ਨਾ ਚੱਲਣ ਨਾ ਵਧਣ ਉਹਦੇ ਕੋਲ ਦੀ ਭਰੀ ਵੀ ਗੱਡੀ ਕੋਲ ਦੀ ਕੱਢੀ ਸੀ ਭਰੀ ਵੀ ਗੱਡੀ ਗੰਨਿਆਂ ਦੀ ਉਹਦੀ ਵੀ ਗੱਡੀ ਮੂਹਰੇ ਸੀ ਮੇਰੀ ਮਗਰ ਸੀ ਮੈਨੂੰ ਜੋ ਸੀਗੀ ਜਾਂ ਕਲਾੜੀ ਦੇ ਲੱਗੇ ਆ ਗਿਆ ਮਨਾਨ ਸੀਗਾ ਖੁੱਲਾ ਰੋ ਉਸੋਂ ਖਿੱਚਦਾ ਰੱਸਾ ਬਾਂਧਦਾ ਮਾਰਿਆ ਇਹ ਝੜਕਾ ਨੱਥ ਨੂੰ ਹੈ ਬਹੁਤ ਸ਼ਾਲੀ मतलब वे- 50 ਭਰੀਆਂ 50 ਉਹਦੀ ਵਾਲੀ ਜੋ ਭਰੀਆਂ 50 ਮੇਰੇ ਵਾਲੀ ਜਿੱਤੀਆਂ ਉਹਨੂੰ ਨਹੀਂ ਸੀ ਆਈ ਮੈਂ ਤਾਂ ਸਿੱਧਾ ਕਰਨ ਤੇ ਨੂੰ ਚੱਕਤਾ ਉਹ ਗੋਤੇ ਦੇ ਜਿਹੜੀ ਕਲਾੜੀ ਚੱਲਦੀ ਸੀ ਉਹਦੀ ਪੈੜ 'ਚ ਲੈ ਵੜਿਆ ਰੇੜੀ ਖੱਫੜਿਆ ਵਾ अच्छा ਉਹ ਮੇਰਾ ਭਾਈ ਮੂਹਰੇ ਹੋਵੇ ਨਾ ਤਾਂ ਬੋਤਾ ਫੜੇ ਨਹੀਂ ਵਿੱਚੇ ਬੋਤਾ ਹੋ ਜਾਂਦਾ ਅੱਗੇ ਤਾਂ ਇਹ ਜਿਹਾ ਕੰਮ ਹੁੰਦਾ ਉਹਨਾਂ ठीक है जी। ਫਿਰ ਉਹਨੂੰ ਦਿਖਾਇਆ ਸੀ ਮੈਂ ਕਿਉਂ ਮੈਂ ਕਿਹਾ ਚੱਲ ਹੱਕ ਮੁੰਡਿਆਂ ਨੇ ਫੇਰ ਟੱਕਰ ਕੇ ਵਿਆਹ ਸ਼ਾਦੀਆਂ ਦੇ ਵਿੱਚ ਜਿਵੇਂ ਹੁਣ ਅੱਜ ਕੱਲ੍ਹ ਡੀਜੇ ਡੂਜੇ ਵੱਜਦਾ ਹੁਣ ਸਾਰਾ ਕੁਝ ਸੁਗਲ ਮੇਲੇ ਹੁੰਦੇ ਨੇ ਤੇ ਵਿਆਹ ਦਾ ਜਿਹੜਾ ਹੈਗਾ ਇੱਕ ਦਿਨ ਦੇ ਵਿੱਚ ਹੀ ਮਤਲਬ ਸ਼ਾਮ ਨੂੰ ਆਪਾਂ ਨਵੇੜ ਕੇ ਆ ਜਾਂਦੇ ਹਾਂ ਸਾਰਾ ਕੁਝ ਪਹਿਲਾਂ ਤੁਹਾਡੇ ਸਮੇਂ ਵਿਆਹਾਂ ਦਾ ਕਿਹੋ ਜਿਹਾ ਪ੍ਰੋਗਰਾਮ ਹੁੰਦਾ ਸੀ? ਮੇਰੀ ਜਦ ਚੌਥੇ ਦਿਨ ਮੁੜ ਕੇ ਆ ਜੂੰਗਾ ਤੋਂ ਮਤਲਬ 3 ਦਿਨ ਉੱਥੇ ਹੀ ਰਹੇ? ਉੱਥੇ ਹੀ ਮੈਂ 30-40 ਬੰਦੇ ਸੀ ਅਜੇ ਵੀ ਇੱਕ ਘਰ ਗੁੱਸੇ ਹੋ ਗਏ ਉਹਨਾਂ ਦਾ ਸਕਿਆਂ ਦਾ ਕਹਿੰਦਾ ਮੈਂ ਰੋਟੀ ਕਰਨੀ ਉਹ ਕਹਿੰਦਾ ਮੈਂ ਰੋਟੀ ਕਰਨੀ ਰੋਟੀ ਕਰਦੇ ਹੁੰਦੇ ਅੱਛਾ ਜਿਹੜਾ ਕੰਮ ਹੁਣ ਵਿਆਹ ਹੋਏ ਤੋਂ ਬਾਅਦ ਕਰਦੇ ਨੇ ਉੱਥੇ ਪਹਿਲਾਂ ਹੀ ਕਰ ਦਿੰਦੇ ਸੀ ਹਾਂ ਵੀ ਰੋਟੀ ਕਰਨੀ ਆ। ਹੁਣ ਅੱਜ ਕੱਲ੍ਹ ਕਹਿੰਦੇ ਨੇ ਚਾਹ ਤੇ ਬਣਾਉਣੀ ਨੇ ਨਾ ਨਾ ਹਾਂਜੀ ਚੰਗੇ ਲੱਡੂ ਡੁੱਡੂ ਵਧੀਆ ਮਠਿਆਈ ਖਵਾਉਂਦੇ ਆਉਂਦੇ ਸਾਰੇ ਸਾਰੇ ਤੇ ਫਿਰ ਇੰਨੇ ਦਿਨ ਉੱਥੇ ਰਹਿੰਦੇ ਸੀਗੇ 3 ਦਿਨਾਂ ਬਾਅਦ 4 ਦਿਨਾਂ ਬਾਅਦ ਮੁੜਦੇ ਸੀਗੇ ਇੱਥੇ ਪਿੱਛੇ ਵਾਲਿਆਂ ਦੀ ਤਾਂ ਅੱਖਾਂ ਥੱਕ ਜਾਂਦੀਆਂ ਹੋਣਗੀਆਂ ਦੇਖਦੇ ਕਿ ਉਹਨਾਂ ਨੂੰ ਪਤਾ ਹੁੰਦਾ ਵੀ ਉਹ ਆਉਂਦੀ ਦਿੰਦੇ ਹਨ ਤੀਏ ਦਿਨ ਤਾਂ ਨਹੀਂ ਆਉਂਦੀ ਕੋਈ ਦੂਏ ਦਿਨ ਆਉਂਦੀ ਜਾਂ ਨਾ ਕੋਈ ਤੀਏ ਦਿਨ ਆਉਂਦੀ ਸਾਡੀ ਚੌਥੇ ਦਿਨ ਜਾਣਾ ਮੁੜ ਕੇ ਆਉਂਦੀ ਅਚੂਗਾ ਤੁਸੀਂ ਤਾਂ ਜੀ ਲਾ ਲੈ ਜਾਣੇ ਉੱਥੇ ਜਾ ਕੇ। ਬੋਤੇ 3-4 ਤਾਂ ਬੋਤੇ ਤੇ ਅੱਛਾ ਜੀ। ਇੱਕ ਘੋੜੀ ਸੀ ਬਾਅਦ 2 ਰਸ ਦੇ ਅੱਛਾ ਰਸ ਗਏ ਤੇ ਇੱਥੋਂ ਵੱਡਾ ਗਿਆ ਸੀ ਸ਼ੀਦਾ ਬਾਅਦ ਦੱਸੇ ਜਾਂਦੇ ਮਤਲਬ ਉਹਦੀਆਂ ਜੋੜੀਆਂ ਘੋੜੀਆਂ ਤੇ ਬੈਠ ਕੇ ਠੀਕ ਹੈ ਫਿਰ ਬੋਤਿਆਂ ਨਾਲ ਪਿੰਡ ਦੇ ਉੱਤੋਂ ਦੀ ਜੋੜਾ ਦਿੰਦੇ ਸੀ ਅੱਛਾ ਬੋਤਿਆਂ ਨਾਲ ਡੱਕਾ ਇਹ ਦੇਖੋ ਕਿ ਕਿਹਦਾ ਬੋਤਾ ਪਹਿਲਾਂ ਹੁੰਦਾ ਕਿਹਦਾ ਮੰਮੀ ਹੁੰਦਾ ਐ ਚੱਲਦਾ ਹਾਂ ਪਰ ਹੁਣ ਇਹ ਆ ਵੀ ਹੁਣ ਵਿਆਹ ਚਲੋ ਹੈ ਤਾਂ ਕੁਝ ਘੰਟਿਆਂ ਲਈ ਆ ਪੈਲਸਾਂ ਦੇ ਵਿੱਚ ਹੁੰਦਾ ਪਰ ਖਰਚੇ ਪਹਿਲਾਂ ਨਾਲੋਂ ਜ਼ਿਆਦਾ ਹੋ ਜਾਂਦੇ ਹਾਏ ਖਰਚਾ ਉੱਥੇ ਇਹ ਨਹੀਂ ਪਤਾ ਵੀ ਆਪਾਂ ਜੰਮਦੇ ਤਾਂ 20 ਬੰਦੇ ਆ ਇੱਕ ਮਿਸਾਲ ਹੈ 40 ਉੱਥੇ ਉਹ ਖਾਣ ਵਾਲੇ ਹੁੰਦੇ ਨੇ ਹੋਰ ਹੀ ਆਲਤੂ ਵਿੱਚ ਆ ਵੜਦੇ ਨੇ ਮਾੜੇ ਜਿਹੇ ਚੰਗੇ ਕੱਪੜੇ ਪਾ ਲਾ ਵਿੱਚ ਜਾ ਵੜਾ ਆਪਣਾ ਮੈਂ ਤਾਂ ਕਹੂੰਗਾ ਵੀ ਘਰ ਆਇਆ ਨਾਲ ਹਾਂਜੀ ਘਰ ਵਾਲਾ ਕਹੂਗਾ ਇਹ ਜਨ ਵਾਲਿਆਂ ਨਾਲ ਮਤਲਬ ਬੰਦੇ ਦੀ ਪਛਾਣ ਨਹੀਂ ਹੁੰਦੀ ਕਿੱਧਰੋਂ ਪਛਾਣ ਨਹੀਂ ਹੁੰਦੀ ਉੱਥੇ ਕੀ ਉੱਥੇ ਲੰਬਰ ਲੱਗਿਆ ਵਾ ਮੇਰੀ ਵਾਹ ਹੈ ਹਾਂ ਨਹੀਂ ਪਤਾ ਲੱਗਦਾ ਹੈਗਾ ਵੀ ਬੰਦਾ ਕੁੜੀ ਵਾਲੇ ਕਹਿੰਦੇ ਕੋਈ ਮੁੰਡੇ ਵਾਲੇ ਕਹਿੰਦੇ ਬਸ ਆ ਹਾਂਜੀ ਇਹ ਖਰਚਾ ਵਾਲੇ ਹਾਂਜੀ ਉੱਥੇ ਕਿੰਨੀ ਲੁੱਟ ਹੋਈ ਜਾਂਦੇ ਪੁੱਛੇ ਹਾਂਜੀ ਕੋਈ ਪਰਵਾਹ ਨਹੀਂ ਆਓ ਵੀ ਜੇ ਬੰਦੇ ਆਪਾਂ ਗਿਣਤੀ ਥੋੜਿਆਂ ਦੀ ਕੀਤੀ ਹੈਗੀ ਥੋੜਿਆਂ ਦਾ ਪ੍ਰਬੰਧ ਕੀਤਾ ਤਾਂ ਉੱਥੇ ਕੁਝ ਬੰਦੇ ਵਾਧੂ ਚਲੇ ਜਾਂਦੇ ਹਾਂ ਉਹਦੇ ਨਾਲ ਖਰਚੇ ਵੱਧਦੇ ਨੇ ਆਪਣੇ ਇਹ ਤਾਂ ਗੱਲ ਠੀਕ ਹੈ ਅੱਛਾ ਹੋਰ ਵਿਆਹ ਸ਼ਾਦੀਆਂ ਦੇ ਵਿੱਚ ਜਿਵੇਂ ਅੱਜ 40 ਜੋਟੇ ਲੱਡੂਆਂ ਦੇ ਖਾ ਜਾ ਮੈਂ ਤਾਂ 40 ਜੋਟੇ ਖਾਂ ਮੈਂ ਤਾਂ 4 ਨਹੀਂ ਖਾਦੇ ਅੱਛਾ ਤੁਸੀਂ ਖਾਦੇ ਨੇ ਤੁਸੀਂ ਆਪ ਮੈਂ ਨਹੀਂ ਖਾਤੇ ਅੱਛੇ ਬੰਦਾ ਜੋ ਖਾਂਦਾ ਸੀ ਅੱਛਾ 40 ਜੋਟੇ ਹੈ 40 ਜੋਟੇ 40 ਜੋਟੇ ਇੱਕ ਮੈਨੂੰ ਜਿੰਨਾ ਦਾ ਅੰਦਾਜ਼ਾ ਹੈਗਾ ਵੀ ਇੱਕ ਲੱਡੂਆਂ ਦੇ ਡੱਬੇ ਦੇ ਵਿੱਚ ਅੱਜ 20 ਤੋਂ 22 ਲੱਡੂ ਹੁੰਦੇ ਨੇ ਕਿਲੋ ਦੇ ਵਿੱਚ ਤੇ 40 ਜੋਟੇ ਤਾਂ ਬਹੁਤ ਜ਼ਿਆਦਾ ਹੋ ਗਏ ਮੈਂ ਕਹਿਣਾ ਪਰਵਾਹ ਨਹੀਂ ਸੀ ਬੰਦਾ ਕਿ ਉਹਨਾਂ ਨੇ ਖੁਰਾਕ ਦੇ ਵਿੱਚ ਜ਼ਿਆਦਾ ਕੀ ਖਾਂਦੇ ਸੀ ਉਹਨਾਂ ਸਮੇਂ ਵੀ ਮਤਲਬ ਕਿਹੜੀ ਚੀਜ਼ ਨੂੰ ਮੱਕੀ ਨੂੰ ਤਰਜੀਹ ਵੱਧ ਦਿੰਦੇ ਸੀ ਕਣਕ ਨੂੰ ਛੋਲਿਆਂ ਨੂੰ ਕਿਹੜੀ ਚੀਜ਼ ਵੱਧ ਖਾਂਦੇ ਮਿੱਸੀ ਰੋਟੀ ਮਤਲਬ ਛੋਲਿਆਂ ਦੀ ਬਣੀ ਛੋਲਿਆਂ ਦੀ ਵਿੱਚ ਪਾਈ ਮਿੱਸੀ ਰੋਟੀ ਤੇ ਉਹ ਖਾਲਾ ਭੁੱਖ ਹੀ ਨਹੀਂ ਸੀ ਲੱਗਦੀ ਠੀਕ ਹੈ ਜਿੱਕੀ ਚੜਾ ਦੀ ਅੱਛਾ ਇਹ ਤੋਂ ਬਿਨਾਂ ਜੇ ਮਤਲਬ ਖੇਤ 'ਚ ਕੰਮ ਨਹੀਂ ਸੀ ਹੁੰਦਾ
ਫਿਰ ਖਾਣਾ ਥੋੜਾ ਬਹੁਤ ਹੈਵੀ ਸੀ, ਮਤਲਬ ਭਾਰੀ, ਜਿਹੜਾ ਅਨਾਜ ਵੀ ਖਾਂਦੇ ਸੀ, ਘਿਓ ਵਗੈਰਾ ਵੀ ਖਾਂਦੇ ਸੀ। ਫਿਰ ਉਹ ਜਦੋਂ ਕੰਮ ਦੇ ਦਿਨ ਨਹੀਂ ਹੁੰਦੇ ਸੀ ਉਦੋਂ ਕਿਵੇਂ ਹਜਮ ਕਰਦੇ ਸੀ? ਕੰਮ ਕਰਨਾ ਪੈਂਦਾ ਸੀ, ਆਪੀ ਕਰੇਗਾ ਨਹੀਂ ਬਰੋੜੇ ਲੱਗ ਜਾਣਗੇ। ਠੀਕ ਹੈ ਜੀ। ਅੱਛਾ ਬਾਪੂ ਜੀ, ਕਦੇ ਸ਼ਹਿਰ ਜਾਣ ਦਾ ਟਾਈਮ ਲੱਗਦਾ ਹੋਊਗਾ ਵਿੱਚ ਵਿਚਕਾਰ ਦੀ, ਕਦੇ ਕੋਈ ਕੰਮ ਜਾਂਦੇ ਹੋਣਗੇ ਜਾਂ ਕਿਸੇ ਤਰੀਕੇ, ਫਿਰ ਉਹ ਸ਼ਹਿਰ ਜਾ ਕੇ ਉੱਥੋਂ ਕੁਛ ਨਵੀਆਂ ਚੀਜ਼ਾਂ ਜਿਹੜੀਆਂ ਬਾਜ਼ਾਰਾਂ ਚ ਆਈਆਂ ਹੁੰਦੀਆਂ ਉਹ ਵੀ ਲੈਂਦੇ ਹੋਣਗੇ, ਵੀ ਉਹਨਾਂ ਦਾ ਕਿੰਨਾ ਕੁ ਤੁਹਾਨੂੰ ਸ਼ੌਕ ਹੁੰਦਾ ਸੀ ਵੀ ਆਹ ਚੀਜ਼ ਲੈ ਕੇ ਆਉਣੀ ਆ, ਹੁਣ ਜਾਵਾਂਗੇ ਜਦੋਂ ਸ਼ਹਿਰ? ਮਾੜੀ ਮੋਟੀ ਜਿਹੋ ਜਿਹਾ ਖਾਣਾ ਬੰਦਿਆਂ ਦਾ ਇਕੱਠ ਹੁੰਦਾ ਹੋ ਜਾਏ ਤਾਂ ਲੱਗਦਾ। ਅੱਛਾ, ਕਿਹੜੇ ਸ਼ਹਿਰ ਨੇੜੇ ਪੈਂਦਾ ਸੀ ਜਿੱਥੇ ਜਾਂਦੇ ਸੀ ਤੁਸੀਂ? ਸ਼ੇਰਪੁਰ ਦੀ ਆ ਹੁਣ ਬਣੀ ਹੈ, ਪਹਿਲਾਂ ਤਾਂ ਖੱਟਾਂ ਹੀ ਦੁਕਾਨਾਂ ਤੇ ਹੋਈ ਸੀ। ਅੱਛਾ, ਸ਼ਹਿਰ ਜਾ ਹੁਣ ਖਾਸਾ ਬਣ ਗਿਆ, ਹੁਣ ਤਾਂ ਸ਼ੇਰਪੁਰ ਨਹੀਂ ਤੁਸੀਂ ਕਿੱਥੇ ਜਾਂਦੇ ਹੁੰਦੇ ਸੀ? ਧੂਰੀ ਧੂਰੀ ਸ਼ਹਿਰ ਜਾਂਦੇ। ਅੱਛਾ, ਉੱਥੇ ਤਾਂ ਆਵਾਜਾਈ ਦਾ ਕੋਈ ਸਾਧਨ ਨਹੀਂ, ਤੁਰ ਕੇ ਜਾਂਦੇ ਹੁੰਦੇ? ਤੁਰ ਕੇ। ਠੀਕ। ਉੱਥੇ ਤਾਂ ਗੱਡੇ ਮਸਾਂ ਜਾਂਦੇ ਹੁੰਦੇ ਸੀ ਹਮ ਵਿਆਹ ਉੱਤੇ। ਜਿਵੇਂ ਆਪਾਂ ਬਜ਼ੁਰਗਾਂ ਨਾਲ ਗੱਲ ਕੀਤੀ, ਉਹਨਾਂ ਨੇ ਆਪਾਂ ਨੂੰ ਬਹੁਤ ਹੀ ਚੰਗੀਆਂ ਤੇ ਬਹੁਤ ਹੀ ਵਧੀਆ ਗੱਲਾਂ ਦੱਸੀਆਂ ਨੇ ਪੁਰਾਣੇ ਸਮੇਂ ਦੇ ਵਿੱਚ, ਕਿਵੇਂ ਉਹ ਕੰਮ ਕਰਦੇ ਸੀ, ਖੁਰਾਕਾਂ ਖਾਂਦੇ ਸੀ, ਫਿਰ ਜ਼ੋਰ ਮਾਰਦੇ ਸੀ ਤੇ ਉਹਦੇ ਨਾਲ ਜਿਹੜੀ ਸਰੀਰਕ ਬਣਤਰ ਅੱਜ ਦੇ ਟਾਈਮ ਦੇ ਵਿੱਚ 95 ਸਾਲ ਦੀ ਉਮਰ 'ਚ ਵੀ ਉਹ ਤੰਦਰੁਸਤ ਨੇ, ਸਿਹਤਮੰਦ ਨੇ। ਬੜੀ ਮਤਲਬ ਹੈਰਾਨੀ ਦੀ ਗੱਲ ਆ ਵੀ ਇਸ ਟਾਈਮ ਵੀ ਉਹਨਾਂ ਦੀ ਜਿਹੜੀ ਅੱਖਾਂ ਦੀ ਰੋਸ਼ਨੀ ਆ, ਨਿਗਾਹ ਗੀ, ਉਹ ਵੀ 9/9 ਹੈਗੀ ਆ, ਮਤਲਬ ਪ੍ਰੋਪਰ ਦਿਖਦਾ ਉਹਨਾਂ ਨੂੰ, ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ। ਆਪਣੇ ਅੱਜ ਦੀ ਪੀੜ੍ਹੀ ਦੀ ਥੋੜੀ ਥੋੜੀ ਉਮਰ ਦੇ ਵਿੱਚ ਆਪਾਂ ਦੇਖਦੇ ਕਿਸੇ ਦੀ ਅੱਖਾਂ ਦੀ ਰੋਸ਼ਨੀ ਘੱਟ ਆ, ਕਿਸੇ ਨੂੰ ਕੋਈ ਸਮੱਸਿਆ ਨਹੀਂ। ਇਹਦੇ ਪਿੱਛੇ ਵੱਡਾ ਕਾਰਨ ਉਹਨਾਂ ਨੇ ਦੱਸਿਆ ਵੀ ਖੁਰਾਕ ਖਾਓ, ਕੰਮ ਕਰੋ ਜਿਹਦੇ ਕੋਲ ਕੰਮ ਹੈਗਾ, ਜੇ ਕੰਮ ਨਹੀਂ ਹੈਗਾ ਤਾਂ ਤੁਸੀਂ ਕਸਰਤ ਕਰ ਸਕਦੇ ਹੋ। ਜੇ ਖਾਓਗੇ ਤਾਂ ਉਹਨੂੰ ਕੰਮ ਕਰੋਗੇ ਤਾਂ ਉਹ ਪਚੇਗਾ, ਜੇ ਜਿੰਨਾ ਬਚਾਓਗੇ ਉਹ ਤੁਹਾਡੀ ਸਿਹਤ ਨੂੰ ਲੱਗੇਗਾ। ਮੈਨੂੰ ਉਮੀਦ ਆ ਵੀ ਤੁਹਾਨੂੰ ਇਹ ਜਾਣਕਾਰੀ ਉਹਨਾਂ ਵੱਲੋਂ ਦਿੱਤੀ ਹੋਈ ਜਿੰਨੀ ਵੀ ਜਾਣਕਾਰੀ ਹੈ ਸਾਰੀ ਚੰਗੀ ਹੈ। ਜੋ ਨਵੇਂ ਵਿਊਅਰਸ ਨੇ ਇਸ ਵੀਡੀਓ ਨੂੰ ਦੇਖ ਰਹੇ ਹਨ, ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ। ਇਸ ਵੀਡੀਓ ਨੂੰ ਜੇ ਤੁਹਾਨੂੰ ਚੰਗੀ ਲੱਗੇ ਤਾਂ ਸ਼ੇਅਰ ਤੇ ਲਾਈਕ ਜ਼ਰੂਰ ਕਰੋ। ਕਮੈਂਟ ਬਾਕਸ ਦੇ ਵਿੱਚ ਕਮੈਂਟਸ ਦੇ ਵਿੱਚ ਆਪਣੇ ਵੱਲੋਂ ਆਪਣੇ ਜਿਹੜੇ ਵਿਚਾਰ ਨੇ ਜ਼ਰੂਰ ਦਿਓ। ਨੈਗੇਟਿਵ ਹੈਗਾ ਤਾਂ ਨੈਗੇਟਿਵ ਵਿਚਾਰ ਦਿਓ, ਜੇ ਚੰਗਾ ਲੱਗਿਆ ਤਾਂ ਪੋਜ਼ਿਟਿਵ ਵਿਚਾਰ ਜ਼ਰੂਰ ਲਿਖੋ। ਮੈਨੂੰ ਉਮੀਦ ਆ